ओम श्रुति स्मृति प्रणमामल्लम शंकरम शंकराचार्य केशवम वादरायणम जगद्गुरु शंकराचार्य महाराज आपको प्रणाम। वर्ल्ड की सारे तो पुरानी पुस्तक ऋग्वेद है। देवई तीर्थे सिद्धिर्भवति तासा। देवताओं के पास गुरु के पास जो व्यक्ति जैसी भावना लेके जाता है उसनों ਉੱਥੋਂ ਉਹੋ ਜਿਹਾ ਰਿਜ਼ਲਟ ਮਿਲਦਾ। ਭਗਵਾਨ ਨੂੰ ਕਿਸੇ ਮੰਦਿਰ ਦੀ, ਕਿਸੇ ਗੁਰਦੁਆਰੇ ਦੀ, ਕਿਸੇ ਮਸਜਿਦ ਦੀ ਲੋੜ ਨਹੀਂ ਹੈ। ਭਜ ਗੋविंदम भज गोविंदम गोविंदम भज मत। बार बार तेरा जन्म होगा, बार बार तुझे माँ के गर्भ में जाना पड़ेगा। इस चक्कर ਤੋਂ ਨਿਕਲਣ ਦੇ ਲਈ ਸਿਰਫ ਭਗਵਾਨ ਦਾ ਭਜਨ ਕਰ, ਭਗਵਾਨ ਦਾ ਭਜਨ ਕਰ, ਭਗਵਾਨ ਦਾ ਭਜਨ ਕਰ, ਭਗਵਾਨ ਦਾ ਭਜਨ ਕਰ। नो पेन नो गेन। जब तक कोई भी व्यक्ति अपनी जिंदगी ਦੇ ਵਿੱਚ ਮਿਹਨਤ नहीं करेगा ਉਹਨੂੰ ਕੁਝ ਮਿਲਦਾ नहीं। ਜੇ ਕਿਸੇ ਨੂੰ ਹੁਣ ਪੰਚਾਂਗ ਪਕੜਾ ਦਿਆ ਨਾ ਉਹਦੇ ਕੀ ਬਣ ਜਾਏਗੀ ਮਹਾਰਾਜ। ਅੱਜ ਜੋਤਿਸ਼ ਇਤਨਾ ਪਪੂਲਰ ਇਸ ਲਈ ਹੋ ਗਿਆ ਕਿਉਂਕਿ ਇਹ ਸੌਫਟਵੇਅਰ ਦੇ ਵਿੱਚ ਅਵੇਲੇਬਲ ਹੋ ਗਿਆ। ਅਦਰਵਾਈਜ਼ ਜੋਤਿਸ਼ ਕਿਸੇ ਨੂੰ ਨਹੀਂ ਆਉਂਦਾ। ਇਹ ਗੱਲ ਮੈਂ ਡੰਕੇ ਦੀ ਚੋਟ ਤੇ ਕਰਨਾ, ਡੰਕੇ ਦੀ ਚੋਟ ਤੇ ਕਰਨਾ, ਡੰਕੇ ਦੀ ਚੋਟ ਤੇ ਕਰਨਾ, ਡੰਕੇ ਦੀ ਚੋਟ ਤੇ ਕਰਨਾ। नमस्कार। ਭਾਰਤ ਪੁਰਾਤਨ ਦੇਸ਼, ਸ਼ਾਸਤਰ, ਵੇਦ, ਪੁਰਾਣ ਪਤਾ ਨਹੀਂ ਕੀ ਕੁਛ ਇਸ ਧਰਤੀ 'ਤੇ ਰਚਿਆ ਗਿਆ ਔਰ ਉਸ ਤੋਂ ਵੀ ਵੱਧ ਕੇ ਐਸੀ ਗਣਨਾ, ਐਸਾ ਗਣਿਤ, ਐਸਾ ਭੂਗੋਲ ਜੋ ਸਾਡੇ ਸਾਰੇ ਚੌਗਿਰਦੇ ਦਾ ਐਸਾ ਜ਼ਬਰਦਸਤ ਹਿੱਸਾ ਹੈ ਕਿ ਜਿਹਦੀ ਖੋਜ ਕਿਸ ਨੇ ਕੀਤੀ, ਕਦੋਂ ਕੀਤੀ, ਕਿਵੇਂ ਲਿਖਿਆ, ਕਿਸ ਸਿਧਾਂਤ 'ਤੇ ਉਹ ਬਣਿਆ, ਇਹਨੂੰ ਸਮਝਣਾ ਹੋਵੇ ਤਾਂ ਮੇਰੇ ਖਿਆਲ 'ਚ ਇੱਕ ਜਨਮ ਨਹੀਂ, ਬਹੁਤ ਸਾਰੇ ਜਨਮ ਵੀ ਲੈ ਲਏ ਜਾਣ ਤਾਂ ਕਾਫੀ ਨਹੀਂ ਹੋਣਗੇ। ਗੱਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਅੱਜ ਕੁਝ ਇਹੋ ਜਿਹੇ ਹੀ ਵਿਸ਼ੇ ਦੇ ਉੱਤੇ ਇੱਕ ਐਸੇ ਖਾਸ ਮਹਿਮਾਨ ਨੂੰ ਲੈ ਕੇ ਅਸੀਂ ਤੁਹਾਡੇ ਰੂਬਰੂ ਹੋਏ ਹਾਂ ਜਿਨ੍ਹਾਂ ਦਾ ਨਾਮ ਹੈ ਰਵਿੰਦਰ ਸ਼ਰਮਾ ਜੀ। ਆਪ ਨੂੰ ਅਧਿਆਤਮ ਦਾ ਵੀ ਗਿਆਨ ਹੈ, ਅਗਰ ਮੈਂ ਕਹਾਂ ਜੋਤਿਸ਼ ਤਾਂ ਉਹਦਾ ਵੀ ਗਿਆਨ ਹੈ, ਵਾਸਤੂ ਦਾ ਵੀ ਗਿਆਨ ਹੈ ਔਰ ਇਸ ਗਿਆਨ ਦੇ ਵਿੱਚੋਂ ਅਸੀਂ ਕਿੰਨਾ ਕੁਝ ਉਸ ਤੋਂ ਹਾਸਿਲ ਕਰ ਸਕਦੇ ਹਾਂ, ਉਹਨਾਂ ਤੋਂ ਕਿੰਨਾ ਕੁਝ ਸਿੱਖ ਸਕਦੇ ਹਾਂ, ਅੱਜ ਇਹ ਸਾਡੇ ਉੱਤੇ ਆ। ਆਓ ਮੁਲਾਕਾਤ ਕਰਦੇ ਹਾਂ रविंद्र शर्मा जी के। रविंद्र जी बहुत बहुत स्वागत। नमस्कार सर। ओम श्रुति स्मृति प्रणमामल्लम करुणालम नमामि भगवत पादम शंकरम लोक शंकरम शंकरम शंकराचार्यम केशवम वादरायणम सूत्र भाष्य कृतो वंदो भगवंतो पुनः पुनः ईश्वरो गुरात्मेति मूर्ति भेद विभागिने व्योमवद व्याप्देह दक्षिणामूर्ते नमः। जगत गुरु शंकराचार्य महाराज आपको प्रणाम। रविंद्र जी ਤੁਸੀਂ ਸ਼ੁਰੂ ਹੀ ਮੰਤਰੋਚਾਰਨ ਤੋਂ ਕਰ ਰਹੇ ਹੋ। ਇਹ ਉਹ ਵਿੱਦਿਆ ਹੈ ਜਿਹੜੀ ਕਿ ਸ਼ਾਇਦ ਸਾਡੇ ਮਾਡਰਨ ਐਜੂਕੇਸ਼ਨ ਸਿਸਟਮ ਦਾ ਹਿੱਸਾ ਨਹੀਂ ਹੈ, ਜਿਹੜਾ ਕਿ ਅੰਗਰੇਜ਼ਾਂ ਦੇ ਦੁਆਰਾ ਬਣਾਇਆ ਗਿਆ। ਉਸ ਤੋਂ ਪਹਿਲੇ ਹੋਏਗਾ ਔਰ ਜਦੋਂ ਤੁਹਾਡੇ ਨਾਲ ਇਸ ਸ਼ੂਟ ਤੋਂ ਪਹਿਲੇ ਗੱਲ ਹੋ ਰਹੀ ਸੀ ਤਾਂ ਮੈਂ ਆਪਣੇ ਆਪ 'ਚ ਮਹਿਸੂਸ ਕਰ ਰਿਹਾ ਸੀ ਕਿ ਪਰਮਾਤਮਾ ਕਿਸ ਤਰੀਕੇ ਦੇ ਨਾਲ ਮੌਕਾ ਦਿੰਦਾ ਹੈ। ਮੈਂ ਕਦੇ ਨਹੀਂ ਸੋਚ ਸਕਦਾ ਕਿ ਐਡੀਆਂ ਰੋਸ਼ਨ ਰੂਹਾਂ ਦੇ ਨਾਲ ਇੱਦਾਂ ਬੈਠ ਕੇ ਔਰ ਇੱਕੋ ਫਰੰਟ ਦੇ ਉੱਤੇ ਬੈਠ ਕੇ, ਇੱਕੋ ਲੈਵਲ ਦੇ ਉੱਤੇ ਬੈਠ ਕੇ ਗੱਲ ਕਰ ਪਾਵਾਂਗਾ ਜਾਂ ਨਹੀਂ ਕਰ ਪਾਵਾਂਗਾ। ਮੇਰੇ ਖਿਆਲ 'ਚ ਮੇਰੇ ਕੋਲ ਸ਼ਾਇਦ ਉਹ ਸ਼ਬਦ ਵੀ ਨਹੀਂ ਹੋਣਗੇ ਅਤੇ ਨਾ ਹੀ ਮੇਰੀ ਉਨੀ ਅਕਲ ਹੈ ਜਾਂ ਬੁੱਧੀ ਹੈ ਕਿ ਜਿਹਦੇ ਨਾਲ ਮੈਂ ਤੁਹਾਡੇ ਮੁਤਾਬਿਕ ਉਹ ਸਵਾਲ ਸਮਝ ਸਕਾਂ ਅਤੇ ਸਵਾਲਾਂ ਦੇ ਜਵਾਬ ਵੀ ਲੈ ਸਕਾਂ। ਫਿਰ ਵੀ ਮੈਂ ਕੋਸ਼ਿਸ਼ ਕਰ ਰਿਹਾ ਵਾਂ, ਗੁਸਤਾਖੀ ਕਰ ਰਿਹਾ, ਇਹਦੇ ਵਾਸਤੇ ਮੈਂ ਪਹਿਲਾਂ ਹੀ ਮਾਫੀ ਚਾਹਾਂਗਾ। ਇਹੋ ਜਿਹੀ ਕੋਈ ਵੀ ਦਿੱਕਤ ਵਾਲੀ ਗੱਲ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਹੋ ਉਸ ਤਰ੍ਹਾਂ ਮੈਂ, ਕੋਈ ਵੀ ਅੰਤਰ ਨਹੀਂ ਹੈ। ਇਸ ਦੁਨੀਆ ਨੂੰ ਸਮਝਣ ਨੂੰ, ਸਮਝਾਉਣ ਨੂੰ ਸਾਡੇ ਰਿਸ਼ੀ ਮੁਨੀਆਂ ਨੇ ਬਹੁਤ ਕੁਝ ਸਾਨੂੰ ਦਿੱਤਾ ਹੈਗਾ। ਜਿਨ੍ਹਾਂ ਨੇ ਸਾਂਭ ਕੇ ਰੱਖਣਾ ਸੀਗਾ ਉਹਨਾਂ ਨੇ ਉਸ ਦਾ ਪ੍ਰਚਾਰ ਬਹੁਤ ਕੀਤਾ। ਉਸ ਪ੍ਰਚਾਰ ਤੋਂ ਜਿੱਥੇ ਜਿੱਥੇ ਉਸ ਦਾ ਪ੍ਰਚਾਰ ਹੋਇਆ ਉਸ ਦੀ ਬਦੌਲਤ ਹੀ ਅਸੀਂ ਲੋਕੀ ਪੂਰੀ ਦੁਨੀਆ 'ਤੇ ਰਾਜ ਕਰਦੇ ਹਾਂ। ਵਰਲਡ ਦਾ ਕੋਈ ਵੀ ਹਿੱਸਾ ਇਹੋ ਜਿਹਾ ਨਹੀਂ ਹੈ, ਗਲੋਬ ਦਾ ਕੋਈ ਵੀ ਪਾਰਟ ਇਹੋ ਜਿਹਾ ਨਹੀਂ ਹੈ ਜਿੱਥੇ ਕਿ ਇੰਡੀਅਨ ਨਾ ਰਹਿੰਦੇ ਹੋਣ। ਇੰਡੀਅਨ ਭਾਵੇਂ ਕਿਸੇ ਵੀ ਧਰਮ ਨੂੰ ਮੰਨਦੇ ਹੋਣ, ਸਨਾਤਨ ਧਰਮ ਨੂੰ ਮੰਨਦੇ ਹੋਣ, ਕਿਸੇ ਵੀ ਪਾਰਟ ਨੂੰ ਮੰਨਦੇ ਹੋਣ, ਧਰਮ ਦੇ ਨੂੰ, ਸਿੱਖਿਜ਼ਮ ਨੂੰ ਬਿਲੀਵ ਕਰਦੇ ਹੋਣ, ਜੈਨਿਜ਼ਮ ਨੂੰ ਬਿਲੀਵ ਕਰਦੇ ਹੋਣ, ਬੌਧ ਹੋਣ, ਕਿਸੇ ਵੀ ਉਸ ਨੂੰ ਉਹਨਾਂ ਦਾ ਵਿਸ਼ਵਾਸ ਹੋਵੇ, ਉਹਨਾਂ ਦਾ ਅਕੀਦਾ ਕਿਸੇ ਵੀ ਗੱਲ ਦੇ ਉੱਤੇ ਹੋਵੇ। ਸਾਰੀ ਗੱਲ ਇਹ ਹੈ ਕਿ ਜੋ ਇੰਡੀਅਨਸ ਦਾ ਬ੍ਰੇਨ ਹੈ ਉਹ ਸਾਰਾ ਉਹਨਾਂ ਰਿਸ਼ੀ ਮੁਨੀਆਂ ਦਾ ਆਸ਼ੀਰਵਾਦ ਹੈ ਸਾਡੇ ਨਾਲ। ਮੈਂ ਇਹ ਮੰਨ ਕੇ ਚੱਲਦਾ। ਮੈਂ ਜੋ ਪਹਿਲਾ ਸ਼ਲੋਕ ਬੋਲਿਆ ਉਹ ਜਗਤ ਗੁਰੂ ਸ਼ੰਕਰਾਚਾਰਿਆ ਜੀ ਮਹਾਰਾਜ ਨੂੰ
ਪ੍ਰਣਾਮ ਕੀਤਾ ਸੀਗਾ। ਉਹਨਾਂ ਨੇ ਸਾਡਾ ਜਿਤਨਾ ਵੀ ਲਿਟਰੇਚਰ ਹੈਗਾ, ਵਰਲਡ ਦੀ ਸਾਰਿਆਂ ਤੋਂ ਪੁਰਾਣੀ ਪੁਸਤਕ ਰਿਗਵੇਦ ਹੈ, ਉਸ ਤੋਂ ਲੈ ਕੇ ਔਰੰਗਜ਼ੇਬ ਦਾ ਕਾਲ ਤਦ ਤੱਕ ਸੰਸਕ੍ਰਿਤ ਦੇ ਲਿਟਰੇਚਰ ਨੂੰ ਸਵਰਨਿਮ ਯੁੱਗ ਕਿਹਾ ਗਿਆ ਹੈ ਲਿਟਰੇਚਰ ਦਾ। ਅਤੇ ਉਹਨਾਂ ਨੇ ਉਸ ਦੇ ਵਿੱਚ ਜਿਤਨੇ ਵੀ ਗ੍ਰੰਥ ਸੀਗੇ, ਮੈਕਸੀਮਮ ਗ੍ਰੰਥਾਂ ਨੂੰ ਟਰਾਂਸਲੇਟ ਕੀਤਾ। ਇਹ ਉਹਨਾਂ ਦੀ ਜ਼ਿੰਦਗੀ ਦਾ ਸਾਰਿਆਂ ਤੋਂ ਵੱਡਾ ਪ੍ਰੋਮੀਨੈਂਟ ਪਾਰਟ ਹੈ, ਜਗਤ ਗੁਰੂ ਸ਼ੰਕਰਾਚਾਰਿਆ ਜੀ ਦਾ। ਅਤੇ ਇਸ ਕੰਟਰੀ ਨੂੰ 4 ਧਾਮ ਦੇ ਵਿੱਚ ਉਹਨਾਂ ਨੇ ਬੰਨਿਆ ਅਤੇ ਪੂਰੀ ਇੰਡੀਆ ਨੂੰ ਪੈਦਲ ਟਰੈਵਲ ਕੀਤਾ ਉਹਨਾਂ ਨੇ। ਬਿਲਕੁਲ। ਇਹ ਜਿਹੜੇ ਬਦਰੀਨਾਥ ਜੀ, ਕੇਦਾਰਨਾਥ ਜੀ, ਸ਼੍ਰਿੰਗੇਰੀ ਮੱਠ ਅਤੇ ਗੋਵਰਧਨ ਮੱਠ ਉੜੀਸਾ, ਇਹਨਾਂ ਦਾ ਸਥਾਪਨਾ ਉਹਨਾਂ ਨੇ ਕੀਤੀ ਅਤੇ 32 ਸਾਲ ਦੀ ਏਜ ਦੇ ਵਿੱਚ ਉਹ ਉਸ ਦੁਨੀਆ ਨੂੰ ਅਲਵਿਦਾ ਕਹਿ ਗਏ। ਰਵਿੰਦਰ ਜੀ, ਜਦੋਂ ਅਸੀਂ ਇਸ ਪਾਸੇ ਨੂੰ ਗੱਲ ਕਰਦੇ ਹਾਂ ਨਾ, ਅਧਿਆਤਮ ਨੂੰ ਲੈ ਕੇ ਗੱਲ ਕਰਦੇ ਹਾਂ ਜਾਂ ਸਾਡੇ ਪੁਰਾਣਿਕ ਇਤਿਹਾਸ ਨੂੰ ਲੈ ਕੇ ਗੱਲ ਕਰਦੇ ਹਾਂ, ਤਾਂ ਇੱਕ ਘੜਿਆ ਹੋਇਆ ਸ਼ਬਦ ਹੈ ਜਿਹਨੂੰ ਮਿਥਿਹਾਸ ਕਹਿ ਦਿੱਤਾ ਜਾਂਦਾ ਹੈ। ਇਤਿਹਾਸ ਨਹੀਂ, ਪਰ ਮਿਥਿਹਾਸ, ਮਾਈਥੋਲੋਜੀ ਕਹਿ ਦਿੱਤਾ ਜਾਂਦਾ ਹੈ। ਯਾਨੀ ਉਹਦੇ ਵਾਸਤੇ ਪ੍ਰਮਾਣਿਕ ਤੌਰ 'ਤੇ ਕੁਝ ਸਾਡੇ ਕੋਲ ਨਜ਼ਰ ਨਹੀਂ ਆਉਂਦਾ, ਜਿਹਦੇ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਜਾਂ ਤੁਸੀਂ ਜਿਹੜੇ ਬੱਚੇ ਨੇ ਉਹਨਾਂ ਨੂੰ ਕਹੋ ਤਾਂ ਉਹ ਪ੍ਰੂਫ ਮੰਗਦੇ ਨੇ ਕਿ ਇਸ ਦਾ ਪ੍ਰੂਫ ਕੀ ਹੈ। ਅਤੇ ਉੱਥੇ ਫਿਰ ਕਿੱਥੇ ਗੱਲ ਮੁੱਕਦੀ ਹੈ? ਅਗਰ ਅੱਜ ਦੇ ਇਸ ਪੋਡਕਾਸਟ ਜਾਂ ਅਸੀਂ ਇੰਟਰਵਿਊ ਦੀ ਵੀ ਗੱਲ ਕਰਦੇ ਹਾਂ, ਤਾਂ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਆਏਗਾ ਕਿ ਜਿਸ ਬੰਦੇ ਨੂੰ ਖਬਰਿਸਤਾਨ ਦਾ ਇਹ ਚੈਨਲ ਰੂਬਰੂ ਕਰਵਾ ਰਿਹਾ ਰਵਿੰਦਰ ਜੀ ਨੂੰ, ਉਹਨਾਂ ਦੀ ਔਥੈਂਟਿਸਿਟੀ ਕੀ ਹੈ, ਕਿਸ ਸ਼ਾਸਤਰ, ਕਿਸ ਵੇਦ, ਕਿਸ ਪੁਰਾਣ ਦੇ ਆਧਾਰ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ। ਇਹ ਤੁਹਾਡੇ ਨਾਲ ਹੀ ਨਹੀਂ ਮੈਂ ਕਹਿ ਰਿਹਾ, ਚਾਹੇ ਇਸ ਵੇਲੇ ਅਸੀਂ ਗੱਲ ਦੇ ਵਿੱਚ ਤੁਹਾਡਾ ਨਾਮ ਜ਼ਿਕਰ ਲੈ ਰਹੇ ਹਾਂ, ਪਰ ਜੇ ਕਿਤੇ ਵੀ ਕੀਤੀ ਜਾਵੇ ਤਾਂ ਉਹ ਪ੍ਰਮਾਣਿਕਤਾ ਦੇ ਉੱਤੇ ਇੱਕ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ। ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੈਂ ਆਪਣੇ ਫਾਦਰ ਦਾ ਨਾਮ ਜਾਣਦਾ ਜੀ, ਆਪਣੇ ਗ੍ਰੈਂਡਫਾਦਰ ਦਾ ਨਾਮ ਜਾਣਦਾ, ਉਹਨਾਂ ਦੇ ਫਾਦਰ ਦਾ ਨਾਮ ਜਾਣਦਾ, ਉਹਨਾਂ ਦੇ ਫਾਦਰ ਦਾ ਨਾਮ ਜਾਣਦਾ। ਉਸ ਤੋਂ ਬਾਅਦ ਦੀ ਜੋ ਜਨਰੇਸ਼ਨ ਮੇਰੇ ਫੋਰ ਫਾਦਰ ਹੈ, ਉਹਨਾਂ ਦਾ ਨਾਮ ਮੈਂ ਨਹੀਂ ਜਾਣਦਾ। ਇਸ ਦਾ ਅਰਥ ਇਹ ਨਹੀਂ ਹੈ ਕਿ ਉਹਨਾਂ ਦੇ ਫੋਰ ਫਾਦਰ ਨਹੀਂ ਸੀਗੇ, ਕਿਉਂਕਿ ਸਾਡਾ ਨੌਲੇਜ ਇੱਕ ਲਿਮਿਟ ਤੱਕ ਹੀ ਜਾਂਦਾ। ਹਰੇਕ ਇਨਸਾਨ ਇੱਕ ਲਿਮਿਟ ਤੱਕ ਹੀ ਸੋਚ ਸਕਦਾ, ਪਰ ਇਹਦਾ ਅਰਥ ਇਹ ਨਹੀਂ ਹੈ ਕਿ ਜੋ ਚੀਜ਼ ਦੁਨੀਆ 'ਚ ਹੈ ਅਤੇ ਉਸ ਦਾ ਕੋਈ ਅਰਥ ਨਹੀਂ ਹੈ, ਉਹਦਾ ਕੋਈ ਬੇਸ ਨਹੀਂ ਹੈ। ਬੇਸ ਤੋਂ ਬਿਨਾਂ ਇਸ ਦੁਨੀਆ ਦੇ ਵਿੱਚ ਕੁਝ ਵੀ ਨਹੀਂ ਹੁੰਦਾ। ਬੇਸ ਤੋਂ ਬਿਨਾਂ ਇਸ ਦੁਨੀਆ ਦੇ ਵਿੱਚ ਕੁਝ ਨਹੀਂ ਹੁੰਦਾ। ਹਰੇਕ ਚੀਜ਼ ਆਪਣੇ ਆਧਾਰ 'ਤੇ ਟਿਕੀ ਹੋਈ ਆ। ਆਪਾਂ ਇਹ ਕਹਿ ਦਈਏ ਕਿ ਅਸੀਂ ਬੈਠੇ ਹਾਂ ਅਤੇ ਇਸ ਕਰਕੇ ਬੈਠੇ ਹਾਂ ਕਿ ਸਾਡੇ ਨਿਤੰਬ ਸਾਨੂੰ ਬਿਠਾ ਰਹੇ ਹੈਗੇ ਆ, ਸਾਡਾ ਇਹ ਪਾਰਟ ਸਾਨੂੰ ਬਿਠਾ ਰਿਹਾ, ਨਹੀਂ। ਇਸ ਦੇ ਨਾਲ ਪੂਰੀ ਫੋਰਸ ਉੱਪਰਲੀ ਜੁੜੀ ਹੋਈ ਆ, ਜੋ ਕਿ ਸਾਨੂੰ ਬੈਠਣ 'ਚ, ਚੱਲਣ 'ਚ, ਹਰ ਚੀਜ਼ 'ਚ ਹੈਲਪ ਕਰਦੀ ਹੈ। ਅਤੇ ਜੋ ਕੁਛ ਮੈਂ ਸਿੱਖਿਆ ਆਪਣੇ ਜੀਵਨ ਤੋਂ, ਮੇਰਾ ਜਨਮ ਇੱਥੇ ਜਲੰਧਰ 'ਚ ਹੀ ਹੋਇਆ, ਇੱਥੇ ਮੇਰੀ ਐਜੂਕੇਸ਼ਨ ਹੋਈ। ਆਮ ਲੋਕਾਂ ਦੀ ਤਰ੍ਹਾਂ ਮੈਂ ਰਹਿੰਦਾ। ਮੈਂ ਕੋਈ ਆਪਣੇ ਆਪ ਨੂੰ ਡਿਕਲੇਅਰ ਨਹੀਂ ਕਰਦਾ ਕਿ ਮੈਂ ਕੋਈ ਕਿਸੇ ਵੀ ਚੀਜ਼ ਨੂੰ ਬਹੁਤ ਅੱਛੇ ਤਰੀਕੇ ਨਾਲ ਜਾਣਦਾ। ਇਹੀ ਮੈਂ ਅੱਗੇ ਗੱਲ ਉਹੀ ਕਰ ਰਿਹਾ ਸੀਗਾ ਵੀ ਹੁਣ ਇਸ ਵੇਲੇ ਇਹ ਆ ਗਿਆ ਵੀ ਚੈਨਲਸ, ਸਾਇੰਸ ਨੇ ਜਿੰਨੀ ਤਰੱਕੀ ਕੀਤੀ ਆ ਔਰ ਇਸ ਯੁੱਗ ਦੇ ਵਿੱਚ ਬਹੁਤ ਸਾਰੇ ਚੈਨਲਸ, ਬਹੁਤ ਸਾਰੇ ਬਾਬੇ, ਬਹੁਤ ਸਾਰੇ ਦੇਵੀਆਂ, ਵੱਡੇ ਪੰਡਾਲ ਲਾ ਕੇ ਬੈਠੇ ਨੇ ਔਰ ਉੱਥੇ ਹਜ਼ਾਰਾਂ ਨਹੀਂ ਲੱਖਾਂ ਹੀ ਜਿਹੜੇ ਭਗਤ ਨੇ, ਸਰੋਤੇ ਨੇ ਬੈਠੇ ਨੇ, ਦੇਖ ਰਹੇ ਨੇ, ਸੁਣ ਰਹੇ ਨੇ। ਸਾਡੇ ਕੋਲ ਇੱਕ ਪੁਰਾਣੀ ਪਰੰਪਰਾ ਸੀ ਸ਼ਾਸਤਰਾਂ ਵੇਦਾਂ ਦੇ ਸਮੇਂ ਦੇ ਵਿੱਚ, ਜਿੱਥੋਂ ਤੱਕ ਅਗਰ ਮੈਂ ਗਲਤ ਨਾ ਹੋਵਾਂ ਤਾਂ, ਜਿਹਦੇ 'ਚ ਕਹਿੰਦੇ ਸ਼ਾਸਤਰਾਰਥ ਹੁੰਦਾ ਹੈ ਕਿ 4 ਲੋਕ ਬੈਠਦੇ ਨੇ ਜਾਂ 5 ਲੋਕ ਬੈਠਦੇ ਨੇ ਔਰ ਉਹ ਕਿਸੇ ਵਿਸ਼ੇ ਨੂੰ ਲੈ ਕੇ, ਕਿਸੇ ਬਿੰਦੂ ਨੂੰ ਲੈ ਕੇ ਗੱਲ ਕਰਦੇ ਨੇ ਔਰ ਉਹਦੇ ਵਿੱਚੋਂ ਫਿਰ ਸੁਣਨ ਵਾਲਿਆਂ ਅਸ਼ ਕਰ ਉੱਠਦੇ ਨੇ ਕਿ ਕਿਆ ਬਾਤ ਹੈ, ਔਰ ਉਹਨੇ ਕਿਸ ਸੁੰਦਰ ਗੱਲ ਕਹੀ ਪਿਆਰ ਦੇ ਬਾਰੇ ਔਰ ਉਹਨੇ ਕਿਸ ਤਰੀਕੇ ਦੇ ਨਾਲ ਉਹਨੂੰ ਰਿਸਪੌਂਡ ਕੀਤਾ। ਹੁਣ ਤਾਂ ਇਹ ਕਿ ਆਪਣਾ ਚੈਨਲ ਲਾ ਕੇ ਬੈਠੇ ਨੇ, ਜੋ ਕਹਿ ਦਿੱਤਾ ਉਹ ਠੀਕ ਹੈ। 4 ਧਰਮ ਗੁਰੂ ਨੇ, ਅਕਸਰ ਅਸੀਂ ਸੁਣਦੇ ਹਾਂ ਕਿ ਕਿਸੇ ਨੇ ਕੁਝ ਕਹਿ ਦਿੱਤਾ ਤਾਂ ਉਹਦੇ ਬਾਰੇ ਬਹੁਤ ਵੱਡਾ ਇੱਕ ਬਖੇੜਾ ਖੜਾ ਹੋ ਜਾਂਦਾ ਹੈ। ਫਿਰ ਉਹ ਸੋਸ਼ਲ ਮੀਡੀਆ ਦੇ ਉੱਤੇ ਹੀ ਜੰਗ ਚੱਲਦੀ ਹੈ ਕਿ ਹਾਂਜੀ ਉਹਨਾਂ ਨੂੰ ਇੱਦਾਂ ਨਹੀਂ ਕਹਿਣਾ ਚਾਹੀਦਾ, ਉਹਨਾਂ ਨੂੰ ਕੋਈ ਹੱਕ ਨਹੀਂ ਹੈ ਸਾਡੇ ਕਿਸੇ ਦੇ ਬਾਰੇ ਕਹਿਣ ਦਾ। ਸੋ ਜਿੱਦਾਂ ਉਹ ਗੱਲ ਹੈ ਨਾ ਵੀ ਸੱਪ ਨੂੰ ਸੱਪ ਲੜੇ ਅਤੇ ਜ਼ਹਿਰ ਕਿਹਨੂੰ ਚੜ੍ਹੇ, ਅਤੇ ਹੁਣ ਉਸ ਸਿਚੁਏਸ਼ਨ ਦੇ ਵਿੱਚ ਅਸੀਂ ਸਾਰੇ ਅੱਛੀਆਂ ਗੱਲਾਂ ਕਰ ਰਹੇ ਨੇ, ਪਰ ਕੌਣ ਪ੍ਰਮਾਣਿਕ ਗੱਲ ਕਰ ਰਿਹਾ, ਕਿੱਦਾਂ ਜਾਣਿਆ ਜਾਵੇ? जिसके पास सत्य है उसके बोलने के ऊपर किसी को संदेह नहीं होना चाहिए और होता भी नहीं है। कन्फ्यूज़न एक ऐसा सब्जेक्ट है, एक ऐसा वर्ड है, अगर वो क्लियर हो जाए तो तत्क्षण ही हो जाएगी, उसी वेले ही क्लियर हो जाएगी। जे नहीं हुई तो इंसान का जीवन खत्म हो जाता। कन्फ्यूज़न कदे नहीं जाती।
ਸੋ ਜੋ ਲੋਕੀ ਵਿਸ਼ਵਾਸ ਕਰਨ ਵਾਲੇ ਬੰਦੇ ਹੈਗੇ ਆ ਉਹ ਕਦੇ ਦੂਸਰੇ ਦੀ ਗੱਲ ਨੂੰ, ਜੋ ਪਰਫੈਕਟ ਗੱਲ ਹੈਗੀ ਆ, ਜੋ ਬਿਲਕੁਲ ਪਿਊਰੀਫਾਈਡ ਗੱਲ ਹੈ, ਉਸ 'ਤੇ ਉਹਨਾਂ ਦਾ ਕਦੇ ਸੰਦੇਹ ਜਾਏਗਾ ਹੀ ਨਹੀਂ, ਉਸ 'ਤੇ ਉਹਨਾਂ ਦਾ ਕਦੇ ਡਾਊਟ ਉੱਠੇਗਾ ਹੀ ਨਹੀਂ। ਪਰ ਇਨਸਾਨੀ ਮਨ ਜਿਹੜਾ ਜਿਗਿਆਸੂ ਮਨ, ਉਹ ਤਾਂ ਇਸੇ ਚੀਜ਼ 'ਚ ਉਧੇੜਬੁਣ 'ਚ ਰਹਿ ਜਾਂਦਾ ਨਾ ਕਿ ਸੱਚ ਕੀ ਹੈ, ਜਾਣੀਏ ਕਿਸ ਤੋਂ। ਕਦੇ ਉਹ ਇੱਕ ਦਰਵਾਜ਼ੇ 'ਤੇ ਜਾਂਦਾ, ਕਦੇ ਦੂਜੇ 'ਤੇ ਜਾਂਦਾ ਹੈ, ਕਦੇ ਤੀਜੇ 'ਤੇ ਜਾਂਦਾ ਹੈ। ਸੋ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਸੰਸਕ੍ਰਿਤ ਦਾ ਸ਼ਲੋਕ ਸੁਣਾਉਣਾ। ਦੇਵਈ ਤੀਰਥੇ द्विजय मंत्रे भेषजे गुरो यादृशी यस्य भावना सिद्धिर्भवति तादृशी। देवताओं के पास, गुरु के पास, कंसल्टेंट के पास, इलाज करने वाले के पास जो व्यक्ति जैसी भावना लेके जाता है उसनों उत्थों उहो जिहा ही रिजल्ट मिलता है। देवतियां दे कोल ਤੁਸੀਂ ਜਿਸ ਸ਼ਰਧਾ ਨਾਲ ਜਾਓਗੇ ਤੁਹਾਨੂੰ ਉੱਥੋਂ ਉਹੋ ਜਿਹਾ ਰਿਸਪੌਂਸ ਮਿਲੇਗਾ। ਤੁਸੀਂ ਕੰਸਲਟੈਂਟ ਦੇ ਕੋਲ ਜਾਓਗੇ, ਅੱਧੇ ਫੈਕਟ ਕੰਸੀਲ ਰੱਖੋਗੇ ਤੇ ਸਲਾਹ ਮੰਗੋਗੇ, ਸਲਾਹ ਤਾਂ ਤੁਹਾਨੂੰ ਮਿਲ ਜਾਏਗੀ। ਜੇ ਤੁਸੀਂ ਆਪਣੇ ਫੈਕਟ ਖੁਦ ਹੀ ਲੁਕੋ ਲਏ ਤੇ ਉਹਨਾਂ ਗੱਲਾਂ ਦੇ ਰਿਜ਼ਲਟ ਕਦੇ ਵੀ ਠੀਕ ਨਹੀਂ ਹੋਣਗੇ। ਸੋ ਜਿਸ ਨੇ ਜੋ ਯਕੀਨ ਕਰਨਾ ਪਹਿਲਾਂ ਉਹ ਆਪਣੇ ਆਪ ਨੂੰ ਟਟੋਲ ਲਵੇ ਕਿ ਮੈਨੂੰ ਚਾਹੀਦਾ ਕੀ ਹੈ। ਜਿਸ ਬੰਦੇ ਨੂੰ ਇਹ ਕਨਫਰਮੇਸ਼ਨ ਹੈਗੀ ਕਿ ਮੈਂ ਇਹ ਲੈਣ ਚੱਲਣਾ, ਉਹੀ ਵਿਅਕਤੀ ਉਹ ਚੀਜ਼ ਲੈ ਕੇ ਆਏਗਾ ਜਿਹੜਾ ਕਿ ਬਿਲਕੁਲ ਆਪਣੇ ਮਾਈਂਡ ਦੇ ਵਿੱਚ ਮਾਈਂਡ ਸੈੱਟ ਨੂੰ ਸੈੱਟ ਲੈ ਕੇ ਚੱਲਾ ਕਿ ਮੈਂ ਪਰਟੀਕੂਲਰਲੀ ਇਸ ਚੀਜ਼ ਨੂੰ ਲੈਣਾ। ਮਾਰਕੀਟ 'ਚ ਹਜ਼ਾਰਾਂ ਚੀਜ਼ਾਂ ਵਿਖਰੀਆਂ ਹੋਈਆਂ, ਆਪਾਂ ਜੇ ਆਲੂ ਲੈਣ ਗਏ ਹਾਂ ਤਾਂ ਆਪਾਂ ਕਦੇ ਵੀ ਜਾ ਕੇ ਘਿਓ ਦਾ ਭਾਅ ਨਹੀਂ ਪੁੱਛਾਂਗੇ, ਆਪਾਂ ਆਲੂ ਦੀ ਹੀ ਗੱਲ ਕਰਾਂਗੇ ਜਾ ਕੇ। ਮੈਂ ਇਹ ਪੱਧਰੀ ਭਾਸ਼ਾ ਇਸ ਕਰਕੇ ਬੋਲ ਰਿਹਾ ਤਾਂ ਜੋ ਕਿਸੇ ਨੂੰ ਵੀ ਇਹ ਨਾ ਹੋਵੇ ਕਿ ਕੋਈ ਗਿਆਨੀ ਵਾਲੀ ਗੱਲ ਕੀਤੀ ਹੈ। ਮੈਂ ਕਰਦਾ ਨਾ ਉਸ ਪਾਸੇ ਨੂੰ ਚੱਲਦਾ। ਦੇਖੋ ਸਾਡੇ ਕੋਲ ਪੰਜਾਬੀ ਦੇ ਵਿੱਚ ਕਹਿੰਦੇ ਵੀ ਪੜ੍ਹ ਕਿਤਾਬਾਂ ਢੇਰ ਕੂੜੇ, ਮੇਰਾ ਵੱਧਦਾ ਜਾਵੇ ਨੇਰ ਕੂੜੇ। ਯਾਨੀ ਗਿਆਨ ਹਾਸਿਲ ਕਰਨ ਦੀ ਜਿਗਿਆਸਾ ਦੇ ਵਿੱਚ ਜਦੋਂ ਅਸੀਂ ਤੁਹਾਡੇ ਵਰਗੇ ਸੁਲਝੀ ਹੋਈ ਸ਼ਖਸੀਅਤਾਂ ਨੂੰ ਮਿਲਦੇ ਹਾਂ ਜਾਂ ਅਸੀਂ ਅੱਛੀਆਂ ਕਿਤਾਬਾਂ ਵੀ ਪੜ੍ਹਦੇ ਹਾਂ, ਪਰ ਉਹਦੇ ਵਿੱਚ ਵਿਰੋਧਾਭਾਸ ਸਾਨੂੰ ਮਿਲਦਾ ਹੈ ਕਿ ਇੱਕ ਪਾਸੇ ਤਾਂ ਕਹਿੰਦੇ ਆ ਕਿ ਮੈਂ ਸਭ ਕੁਝ, ਦੂਜੇ ਪਾਸੇ ਉਹੀ ਗਿਆਨ ਦੀਆਂ ਖੂਬਸੂਰਤ ਕਿਤਾਬਾਂ ਕਹਿੰਦੀਆਂ ਨੇ ਕਿ ਮੈਂ ਕੁਝ ਵੀ ਨਹੀਂ, ਸਭ ਤੇਰਾ ਹੀ ਤੇਰਾ ਹੈ। ਬੰਦਾ ਜਿਹੜਾ ਭਟਕ ਜਾਂਦਾ ਨਹੀਂ, ਬੰਦੇ ਦਾ ਭਟਕਣ ਦਾ ਕੋਈ ਕਾਰਨ ਨਹੀਂ ਹੈ ਜੀ। ਭਟਕਦਾ ਬੰਦਾ ਉਹ ਹੈ ਜੋ ਵੇਵਰਿੰਗ ਮਾਈਂਡ ਹੈ, ਜਿਸ ਦਾ ਮਾਈਂਡ ਸੈੱਟ ਠੀਕ ਹੈ, ਉਹ ਬੰਦਾ ਕਦੇ ਭਟਕੇਗਾ ਨਹੀਂ। ਉਹ ਪਰਟੀਕੂਲਰ ਆਪਣੀ ਐਜ਼ੀਮਿਊਥਲ ਡਾਇਰੈਕਸ਼ਨ 'ਤੇ ਪਹੁੰਚੇਗਾ, ਸਹੀ ਦਿਸ਼ਾ ਦੀ ਵੱਲ ਜਾਏਗਾ। ਜਿਸ ਬੰਦੇ ਨੇ ਭਟਕਣਾ ਹੈ ਉਹਨੂੰ ਕੋਈ ਬੰਦਾ ਰਸਤਾ ਦੇ ਹੀ ਨਹੀਂ ਸਕਦਾ ਸਰ, ਉਹ ਭਟਕਦਾ ਹੀ ਰਹੇਗਾ ਬਿਕੋਜ਼ ਉਹਦਾ ਵਿਸ਼ਵਾਸ ਹੀ ਨਹੀਂ ਹੈ ਕਿਸੇ ਵੀ ਚੀਜ਼ 'ਤੇ। ਸਾਰਿਆਂ ਤੋਂ ਵੱਡੀ ਗੱਲ ਹੈ, ਪਹਿਲੀ ਚੀਜ਼ ਹੈਗੀ ਹੈ ਤੁਸੀਂ ਕੁਐਸਚਨ ਪੁੱਟ ਕੀਤਾ, ਉਹ ਤੁਹਾਡੀ ਸ਼ਰਧਾ ਹੈ ਜੀ। ਜੋ ਜਵਾਬ ਤੁਹਾਨੂੰ ਆ ਰਿਹਾ, ਜਵਾਬ ਦੇਣ ਵਾਲੇ ਨੇ ਜਵਾਬ ਦੇ ਦਿੱਤਾ, ਉਸ ਜਵਾਬ ਨੂੰ ਮੰਨਣਾ ਤੁਹਾਡਾ ਵਿਸ਼ਵਾਸ ਹੈ। ਇੱਕ ਸਕ੍ਰਿਪਟ ਲਿਖੀ ਗਈ, ਮੈਂ ਆਪਣੇ ਭਾਵ ਨਾਲ ਲਿਖੀ ਹੈ, ਉਸ ਦੀ ਐਕਸਪਲੇਨੇਸ਼ਨ ਜੋ ਮੈਂ ਕਰ ਸਕਦਾ ਉਹ ਪੜ੍ਹਨ ਵਾਲਾ ਉਸ ਭਾਵ ਤੱਕ ਨਹੀਂ ਪਹੁੰਚੇਗਾ ਕਦੇ ਵੀ ਕਿ ਮੈਂ ਕਿਸ ਭਾਵ 'ਚ ਕਿਹੜੇ ਵਰਡ ਯੂਜ਼ ਕੀਤੇ ਆ। ਉਹ ਉਹਦਾ ਮਤਲਬ ਵੀ ਨਿਕਾਲ ਲੇਗਾ। ਲਫ਼ਜ਼ ਕੋਈ ਸਧਾਰਨ ਹੋਣਗੇ, ਕੰਪਲੀਕੇਟਡ ਹੋਣਗੇ, ਜੋ ਮਰਜ਼ੀ ਹੋਣਗੇ, ਉਹਨਾਂ ਦਾ ਜਵਾਬ ਉਹਨਾਂ ਨੂੰ ਮਿਲ ਜਾਏਗਾ, ਬਟ ਉਸ ਸੈਂਟੀਮੈਂਟਸ 'ਤੇ ਨਹੀਂ ਪਹੁੰਚ ਸਕੇਗਾ ਜਿਸ ਸੈਂਟੀਮੈਂਟ ਨਾਲ ਮੈਂ ਉਸ ਨੂੰ ਲਿਖਿਆ ਜਾਂ ਪੇਸ਼ ਕਰਨਾ ਚਾਹਿਆ। ਫਿਰ ਹੁਣ ਮੇਰਾ ਸਵਾਲ ਇਹ ਆਉਂਦਾ ਵੀ ਪਤਾ ਨਹੀਂ ਕਿੰਨੇ ਜਨਮ ਹੋ ਚੁੱਕੇ ਆ, ਚਲੋ ਮੰਨ ਲਿਆ, ਪਰ ਇਸ ਜਨਮ ਦੇ ਵਿੱਚ ਜੇ ਅਸੀਂ ਖੋਜ ਸ਼ੁਰੂ ਕਰਨੀ ਹੋਵੇ, ਚਾਹੇ ਉਹਨੂੰ ਆਪਣੇ ਆਪ ਨਾਲ ਜੁੜਨ ਦੇ ਲਈ ਕਹਿ ਲਓ ਜਾਂ ਪਰਮਾਤਮਾ ਦੇ ਨਾਲ ਜੁੜਨ ਲਈ ਕਹਿ ਲਓ, ਤਾਂ ਉਹ ਖੋਜ ਕਿੱਥੋਂ ਸ਼ੁਰੂ ਹੋਵੇ? ਦੇਖੋ, ਬੇਸਿਕ ਗੱਲ ਇਹ ਹੈਗੀ ਹੈ ਕਿ ਇਨਸਾਨ ਨੂੰ ਭਗਵਾਨ ਨੇ ਬਣਾਇਆ। ਇਨਸਾਨ ਨੇ ਆ ਕੇ ਇੱਥੇ ਕਈ ਸੰਪਰਦਾਇ, ਕਈ ਧਰਮ ਖੜੇ ਕਰ ਲਏ, ਠੀਕ ਹੈ। ਜਦ ਕਿ ਭਗਵਾਨ ਨੂੰ ਕਿਸੇ ਮੰਦਿਰ ਦੀ, ਕਿਸੇ ਗੁਰਦੁਆਰੇ ਦੀ, ਕਿਸੇ ਮਸਜਿਦ ਦੀ, ਕਿਸੇ ਵੀ ਪ੍ਰੈਮਿਸਿਸ ਦੀ ਲੋੜ ਨਹੀਂ ਹੈ। ਭਗਵਾਨ ਆਲ ਟਾਈਮ ਆਪ ਜੀ ਦੇ ਨਾਲ ਹੈ। ਉਹ ਤੁਹਾਡੇ ਵਿੱਚ ਤੁਹਾਤੋਂ ਕਦੇ ਦੂਰ ਨਹੀਂ ਹੈ। ਵਿਸ਼ਵਾਸ ਰੱਖੋ, ਭਗਵਾਨ, ਤੁਸੀਂ ਆਪ ਹੀ ਭਗਵਾਨ ਹੋ। आत्मा सकल सृष्टि का मूल, उसे मनुज क्यों जाता भूल, क्यों ना करता उसको प्राप्त, जिसको पाकर खुद समाप्त। अपने आप ਨੂੰ ਪਛਾਣੋ, ਆਪਣੇ ਉੱਪਰ ਭਰੋਸਾ ਰੱਖੋ,
ਗੁਰਦਾਸ ਮਾਨ ਜੀ ਨੇ ਗਾਣਾ ਗਾਇਆ ਹੋਇਆ, ਤੈਨੂੰ ਮਰ ਜਾਣਿਆ ਮਾਨਾ ਰੱਬ ਹੱਥ ਪੈਰ ਦਿੱਤੇ। ਭਗਵਾਨ ਨੇ ਸਿਰਫ ਇੱਕ ਮੌਤ ਬੰਦੇ ਨੂੰ ਨਹੀਂ, ਮੌਤ ਤੇ ਕੰਟਰੋਲ ਨਹੀਂ ਹੈ ਬੰਦੇ ਦਾ, ਬਾਕੀ ਦੁਨੀਆ ਦਾ ਕੋਈ ਕੰਪਲਿਕੇਸ਼ਨ ਇਹੋ ਜਿਹਾ ਨਹੀਂ ਹੈ ਜਿਹਨੂੰ ਕੋਈ ਇਨਸਾਨ ਨਾ ਸੁਲਝਾ ਸਕਦਾ ਹੋਵੇ। ਉਹ ਡਾਕਟਰ ਦੇ ਰੂਪ 'ਚ, ਵਕੀਲ ਦੇ ਰੂਪ 'ਚ, ਇੰਸਪੈਕਟਰ ਦੇ ਰੂਪ 'ਚ, ਟੀਚਰ ਦੇ ਰੂਪ 'ਚ, ਕਿਸੇ ਵੀ ਰੂਪ 'ਚ ਹੋਵੇ। ਗੱਲ ਤਾਂ ਉਹੀ ਹੈ ਨਾ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੈਂ ਵੀ ਉਹ ਸਵਾਲ ਉਹੀ ਕਰ ਰਿਹਾ ਵੀ ਅਸਲ 'ਚ ਇਸ ਪਛਾਣਨ ਦੀ ਯਾਤਰਾ ਦੀ ਸ਼ੁਰੂਆਤ ਕਿਸ ਉਮਰ 'ਚ ਹੋਣੀ ਚਾਹੀਦੀ ਹੈ ਅਤੇ ਕਿੱਦਾਂ ਹੋਣੀ ਚਾਹੀਦੀ ਹੈ? ਸਾਨੂੰ ਆਪਣੇ ਬੱਚਿਆਂ ਨੂੰ ਆਲ ਟਾਈਮ ਸ਼ੁਰੂਆਤੀ ਦੌਰ ਤੋਂ ਹੀ ਉਹਨਾਂ ਦੇ ਫੰਡਾਮੈਂਟਲਸ ਕਲੀਅਰ ਰੱਖਣੇ ਚਾਹੀਦੇ ਆ। ਯਾਨੀ ਕਿ ਮਾਂ-ਬਾਪ ਤੋਂ ਨਾਲ ਜੁੜੀ ਹੋਈ ਹੈ ਜੀ ਇਹ ਬੱਚੇ ਨੂੰ ਪੈਦਾ ਹੁੰਦਿਆਂ ਸਾਰ ਹੀ, ਮਤਲਬ ਬੱਚੇ ਕੋਈ ਵੀ, ਤੁਸੀਂ ਜੋ ਹੋ, ਤੁਹਾਡਾ ਬੱਚਾ ਬਾਇਓਲੋਜੀਕਲੀ ਉਹੀ ਕੁਛ ਹੈ। ਤੁਸੀਂ ਜਦ ਤੱਕ ਜੀਵਿਤ ਹੋ, ਤੁਹਾਡੇ ਫਾਦਰ ਅਲਾਈਵ ਹੈ, ਤੁਹਾਡੀ ਮਾਂ ਅਲਾਈਵ ਹੈ। ਇਹ ਸਰੀਰ ਦੇ ਵਿੱਚ ਜਿਤਨੀਆਂ ਹੱਡੀਆਂ, ਜਿਤਨੇ ਕੇਸ਼ ਹੈ, ਜਿਤਨੇ ਨਖੂਨ ਹੈ, ਇਹ ਫਾਦਰ ਦਾ ਪਾਰਟ ਹੈ ਬਾਡੀ 'ਚ। ਤੁਸੀਂ ਹੁਣ ਉਸ ਮੁਕਾਮ ਤੇ ਮੈਨੂੰ ਲੈ ਗਏ ਹੋ ਜਿੱਥੇ ਹਿਰਣਾਕਸ਼ ਸੀਗਾ ਤੇ ਉਹਦਾ ਬੇਟਾ ਸੀ, ਨਹੀਂ ਮੈਂ ਗਰਭ ਦੇ ਵਿੱਚੋਂ ਸਿੱਖ ਰਿਹਾ ਨਹੀਂ, ਮੈਂ ਤੁਹਾਨੂੰ ਫਿਰ ਬੇਨਤੀ ਕਰ ਰਿਹਾ, ਦੇਖੋ ਗੱਲ ਉੱਥੋਂ ਹੀ ਸ਼ੁਰੂ ਹੋਏਗੀ। ਤੁਹਾਨੂੰ ਤੁਸੀਂ ਕਿਹਾ ਨਾ ਕਿ ਕਿਸ ਲੈਵਲ ਤੋਂ ਆਪਾਂ ਸ਼ੁਰੂ ਕਰੀਏ ਟਰੈਵਲਿੰਗ ਨੂੰ। ਕਿਹੜਾ ਟਰੈਵਲਿੰਗ, ਇਹ ਟਰੈਵਲਿੰਗ ਹੀ ਹੈ। ਇਹਨੂੰ ਪਾਰਟ ਨੂੰ ਸਮਝੋ। ਜੀ ਜੀ। ਆਪਣੀ ਬਾਡੀ ਦੇ ਵਿੱਚ ਜਿਤਨੀਆਂ ਹੱਡੀਆਂ, ਜਿਤਨੇ ਕੇਸ਼ ਹੈ ਸਾਡੇ, ਜਿਤਨੇ ਨੌਂ ਹੈ, ਨਖੂਨ ਹੈ ਜੀ, ਇਹ ਸਾਡੇ ਫਾਦਰ ਦਾ ਪਾਰਟ ਹੈ। ਇਹ ਸਰੀਰ ਤੇ ਜਿਤਨਾ ਖੂਨ, ਮਾਸਪੇਸ਼ੀਆਂ, ਨਸਾਂ ਨਾੜੀਆਂ, ਜੋ ਵੀ ਕੁਛ ਹੈ, ਇਹ ਮਾਂ ਦਾ ਹਿੱਸਾ। ਸੋ ਜਦ ਤੱਕ ਤੁਸੀਂ ਅਲਾਈਵ ਹੋ, ਜਦ ਤੱਕ ਤੁਸੀਂ ਜਿੰਦਾ, ਤੁਹਾਡੇ ਫਾਦਰ ਵੀ ਜਿੰਦਾ, ਤੁਹਾਡੇ ਮਦਰ ਵੀ ਜਿੰਦਾ। ਜੇ ਉਹ ਚਲੇ ਵੀ ਗਏ ਆ ਤਾਂ ਵੀ ਉਹ ਬਾਇਓਲੋਜੀਕਲ ਰੂਪ 'ਚ ਤੁਹਾਡੇ ਵਿੱਚ, ਤੁਹਾਡੇ ਰੂਪ 'ਚ ਜਿੰਦਾ। ਠੀਕ ਹੈ। ਅੱਜ ਵੀ ਜੇ DNA ਟੈਸਟ ਹੁੰਦਾ ਕਿਸੇ ਦਾ, ਹੱਡੀਆਂ ਤੋਂ, ਨਖੂਨ ਤੋਂ ਜਾਂ ਕੇਸ਼ ਤੋਂ ਹੀ ਹੁੰਦਾ, ਉਸ 'ਚ ਬਲੱਡ ਨਹੀਂ ਆਉਂਦਾ, ਉਸ 'ਚ ਟਿਸ਼ੂਜ਼ ਨਹੀਂ ਆਉਂਦੇ, ਉਸ 'ਚ ਮਸਲਸ ਨਹੀਂ ਆਉਂਦੇ। ਬੰਦੇ ਦੀ ਆਈਡੈਂਟੀਟੀ ਉਹਦੇ ਬਾਪ ਤੋਂ ਹੁੰਦੀ ਆ। ਸੋ ਜੋ ਤੁਸੀਂ ਆਪ ਹੋ, ਤੁਹਾਡਾ ਬੱਚਾ ਤਕਰੀਬਨ ਉਹੀ ਕੁਛ ਹੈ। ਮੈਂ ਫਿਰ ਥੋੜ੍ਹਾ ਜਿਹਾ ਕਨਫਿਊਜ਼ ਹੁੰਦਾ ਇਸ ਚੀਜ਼ ਨੂੰ ਲੈ ਕੇ ਕਿ ਹਿਰਣਾਕਸ਼ ਤਾਂ ਕਹਿੰਦਾ ਸੀਗਾ ਮੈਂ ਹੀ ਸਭ ਕੁਛ ਹਾਂ, ਕੋਈ ਵਿਸ਼ਨੂੰ ਨਹੀਂ, ਕੋਈ ਕੁਝ ਨਹੀਂ। ਪਰ ਪ੍ਰਹਿਲਾਦ ਜਿਹੜਾ ਉਹਦਾ ਹੀ DNA ਹੈ, ਉਹਦਾ ਹੀ ਸਭ ਕੁਛ ਹੈ, ਬਿਲਕੁਲ ਉਹਦੇ ਆਪੋਜ਼ਿਟ ਹੈ। ਸੋ ਜੇ ਪ੍ਰਹਿਲਾਦ ਦੀ ਯਾਤਰਾ ਭਗਵਾਨ ਵੱਲ ਨੂੰ ਸ਼ੁਰੂ ਹੁੰਦੀ ਹੈ, ਅਧਿਆਤਮ ਵੱਲ ਨੂੰ ਸ਼ੁਰੂ ਹੁੰਦੀ ਹੈ, ਤਾਂ ਅਸੀਂ ਇਹ ਸਮਝਦੇ ਹਾਂ ਕਿ ਉਹ, ਕਿਉਂਕਿ ਨਾਰਦ ਰਿਸ਼ੀ ਉਹਨੂੰ ਲੈ ਗਏ ਸੀ ਉਹਦੇ ਜਦੋਂ ਗਰਭ 'ਚ ਸੀਗਾ ਉਹਦੀ ਮਾਂ ਨੂੰ। ਹੁਣ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਟ ਕਰਦਾ, ਪਲੀਜ਼। ਹਾਂ। ਡਾਇਮੰਡ ਕਿੱਥੋਂ ਨਿਕਲਦਾ? ਖਾਨ 'ਚੋਂ, ਧਰਤੀ 'ਚੋਂ। ਡਾਇਮੰਡ ਕਿੱਥੋਂ ਨਿਕਲਦਾ? ਧਰਤੀ 'ਚੋਂ ਨਹੀਂ। ਅੱਛਾ। ਡਾਇਮੰਡ ਕੋਇਲੇ ਦੀ ਖਾਨ ਤੋਂ ਨਿਕਲਦਾ। ਅੱਛਾ ਜੀ। ਜੋ ਹਾਰਡ ਕੋਕ ਆਪਣਾ ਕੋਇਲਾ ਜਿਹੜਾ ਹਲਵਾਈ ਜਲਾਉਂਦਾ, ਜਿਸ ਖਾਨ 'ਚੋਂ ਕੋਲਾ ਨਿਕਲਦਾ, ਉਸ ਦੇ ਵਿੱਚੋਂ ਹੀ ਡਾਇਮੰਡ ਨਿਕਲਦਾ। ਠੀਕ ਹੈ। ਬੇਸਿਕਲੀ ਡਾਇਮੰਡ ਦਾ ਕੈਮੀਕਲ ਕ੍ਰੀਏਚਰ, ਕੈਮੀਕਲ ਕੰਪੋਜੀਸ਼ਨ ਆਫ ਡਾਇਮੰਡ ਐਂਡ ਹਾਰਡ ਕੋਕ ਕੋਲ ਇਜ਼ ਇਕੁਇਲੈਂਟ। ਠੀਕ ਹੈ। ਇਹ ਕੈਮਿਸਟਰੀ ਦੇ ਵਿੱਚ ਜਾ ਕੇ ਤੁਸੀਂ ਕਲੀਅਰ ਕਰ ਲਈਏ। ਹਾਂ, ਠੀਕ ਹੈ। ਠੀਕ ਹੈ ਜੀ। ਹਿਰਣਾਕਸ਼ਪ ਇੱਕ ਰਾਖਸ਼ ਹੈ, ਉਹਦੇ ਘਰ ਇੱਕ ਡਾਇਮੰਡ ਪੈਦਾ ਹੋ ਗਿਆ ਜੀ। ਸੋ ਉਹਦੇ ਵਿੱਚ ਨਾ ਹਿਰਣਾਕਸ਼ਪ ਦੇ ਵਿੱਚ, ਨਾ ਪ੍ਰਹਲਾਦ ਦੇ ਵਿੱਚ ਇੱਕ ਡੈਸੀਮਲ ਦਾ ਵੀ ਡਿਫਰੈਂਸ ਨਹੀਂ ਹੈ। DNA ਦੇ ਤੌਰ ਤੇ ਸਿਰਫ ਇੱਕ ਵ੍ਰਿੱਤੀ ਹੈ ਇਹ। ਹਾਂ। ਅੱਛਾ। ਭਗਵਾਨ ਨੇ ਦੁਰਯੋਧਨ ਨੂੰ ਕੁਐਸਚਨ ਪੁੱਟ ਕੀਤਾ ਕਿ ਤੁਸੀਂ ਸਾਰੇ ਭਰਾ ਇੱਕੋ ਗੁਰੂ ਤੋਂ ਪੜ੍ਹੇ ਹੋ, ਇੱਕੋ ਗ੍ਰੈਂਡਫਾਦਰ ਤੋਂ ਤੁਸੀਂ ਬੱਚੇ ਹੋ, ਬਿਲਕੁਲ, ਪਰ ਤੇਰੇ 'ਚ ਨਲਾਇਕੀ ਭਰੀ ਹੋਈ ਆ। ਦੁਰਯੋਧਨ ਨੂੰ ਪੁੱਛ ਰਿਹਾ ਕਿ ਤੇਰੇ 'ਚ ਇਤਨੀ ਕਰੂਰਤਾ ਕਿਉਂ ਹੈ, ਇਤਨਾ ਕਰੂਲ ਕਿਉਂ ਤੂੰ? ਸੋ ਦੁਰਯੋਧਨ ਨੇ ਜਵਾਬ ਦਿੱਤਾ, ਜਾਨਾਮि धर्मम, मैं धर्म को जानता हूँ, न च मैं प्रवृत्ति, पर मैं धर्म ਦੇ ਵਿੱਚ ਮੇਰੀ ਪ੍ਰਵਿਰਤੀ ਨਹੀਂ ਆ। ਅੱਛਾ। ਜਾਨਾਮ ਮੈਂ ਅਧਰਮਮ, न च मैं ਨਿਵ੍ਰਿत्ति, ਮੈਂ ਅਧਰਮ ਨੂੰ ਵੀ ਜਾਣਦਾ ਪਰ ਮੈਂ ਉਹਨੂੰ ਛੱਡ ਨਹੀਂ ਸਕਦਾ, ਮੇਰੀ ਨਿਵ੍ਰਿत्ति ਨਹੀਂ ਉਸ ਤੋਂ। केनापि देवेन हृदय स्थित हैं, कोई देव मेरे हृदय में रहते हैं, यथा नियुक्तो अस्मि तथा करोमि, जैसा मैंने नियुक्त कर दे मैं वो जा कर देना। ਸੋ ਕਹਿੰਦਾ ਮਤਲਬ ਵੀ ਬੰਦੇ ਦੇ ਹੱਥ ਕੁਝ ਨਹੀਂ ਹੈ। ਬੰਦੇ ਦੇ ਹੱਥ ਕੁਛ ਨਹੀਂ ਹੈ, ਕੁਛ ਵੀ ਨਹੀਂ ਹੈ, ਕਰਮ ਵੀ ਨਹੀਂ, ਕੁਛ ਵੀ ਨਹੀਂ ਹੈ। ਕਰਮ ਵੀ ਬੰਦੇ ਦੇ ਵਿੱਚ, ਬੰਦੇ ਦੇ ਹੱਥ 'ਚ ਨਹੀਂ ਹੈ। ਜੋ ਲਾਈਨਾਂ ਭਗਵਾਨ ਨੇ ਡਰਾਅ ਕਰਤੀਆਂ, ਤੁਸੀਂ ਉਸ ਤੋਂ ਬਾਹਰ ਸੋਚ ਵੀ ਨਹੀਂ ਸਕਦੇ। ਤੇ
ਤੇ ਫਿਰ ਜੇ ਤੁਸੀਂ ਇਹ ਸੋਚੀ ਜਾਓ ਕਿ ਮੈਂ ਪੁੰਨ ਕਰਨੇ ਕੱਲ ਤੋਂ ਸ਼ੁਰੂ ਕਰੂੰਗਾ, ਉਹ ਕੱਲ ਹੀ ਨਹੀਂ ਆਏਗੀ। ਇਹ ਗੱਲ ਜਦੋਂ ਅਸੀਂ ਵੀ ਸਮਝਦੇ ਇਸ ਚੀਜ਼ ਨੂੰ ਵੀ ਸਾਡੇ ਹੱਥ ਕੁਝ ਨਹੀਂ ਹੈ, ਪਰ ਜਦੋਂ ਘਰ ਵਾਲੀ ਨੂੰ ਸਮਝਾਉਣਾ ਹੋਵੇ ਫਿਰ ਉੱਥੇ ਬੇਬਸ ਹੋ ਜਾਂਦੇ ਹਾਂ। ਦੇਖੋ ਗੱਲ ਇਹ ਹੈਗੀ ਸਿਰਫ ਸਮਝਣ ਦੀ ਗੱਲ, ਯਾਤਰਾ ਸਿਰਫ ਇਕੱਲੇ ਦੀ ਹੈ ਤੁਹਾਡੇ ਦੀ, ਤੁਹਾਨੂੰ ਸਮਝਾਉਣ ਦਾ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ। ਮਤਲਬ ਉਹਦਾ ਲੜਨਾ ਜਾਇਜ਼ ਹੈ। ਹਾਂ, ਉਹ ਜੋ ਲੜ ਰਹੇ ਉਹ ਆਪਣੇ ਟੱਕਰਾਂ ਆਪ ਮਾਰੋ। ਅੱਛਾ, ਹੁਣ ਆਪਾਂ ਬੜੀ ਖੂਬਸੂਰਤ ਅਸੀਂ ਗੱਲ ਕੀਤੀ। ਤੁਸੀਂ ਸ਼ਾਸਤਰ ਇਸ ਜੀਵਨ ਦੇ ਵਿੱਚ ਜੀ ਕੋਈ ਵੀ ਵਿਅਕਤੀ, ਨਾ ਕੋਈ ਕਿਸੇ ਦੀ ਮਾਂ, ਨਾ ਕੋਈ ਕਿਸੇ ਦਾ ਬਾਪ, ਇਹ ਟੋਟਲੀ ਪਰ ਇਹ ਸੰਸਾਰਿਕ ਬੰਧਨ ਤੇ ਏਦਾਂ ਹੀ ਸੰਸਾਰਿਕ ਚੱਲਦੇ ਆ ਬੰਧਨ ਦੀ ਨਾ। ਗੱਲ, ਵਿਆਹ ਮਤਲਬ ਵੀ ਇਹ ਕਰਨਾ ਸੰਸਾਰਿਕ ਹੈ, ਬੰਧਨ ਬੇਟੀ- ਤੋਂ ਅਬਵ ਲੈਵਲ ਦੀ ਗੱਲ ਹੈ। ਬਟ ਇਸ ਗੱਲ ਨੂੰ ਸਮਝ, ਜੇ ਬੰਦੇ ਨੇ ਸਮਝ ਆ ਜਾਵੇ ਤੇ ਕੋਈ ਭਟਕਾਵ ਨਹੀਂ ਹੈ ਕਿਤੇ ਵੀ। ਅੱਛਾ, ਪੁਨਰਅਪि ਜਨਮਮ ਪੁਨਰਅਪि ਮਰਣਮ ਪੁਨਰਅਪि ਜਨਨੀ ਜਠਰੇ ਸ਼यनम भज गोविंदम भज गोविंदम गोविंदम भज मूढ़मते। बार बार तेरा जन्म होगा, बार बार तुझे माँ के गर्भ में जाना पड़ेगा। इस कुचक्र तो निकलने ਦੇ ਲਈ ਸਿਰਫ ਭਗਵਾਨ ਦਾ ਭਜਨ ਕਰ। ਸਰਬ ਰੋਗ ਕਾ ਔਖਦ ਨਾਮ ਬਾਣੀ 'ਚ ਵੀ ਆਉਂਦਾ। ਇਸ ਦੁਨੀਆ ਦੇ ਵਿੱਚ ਕੋਈ ਵੀ ਬਿਮਾਰੀ ਹੈ ਉਹਦਾ ਇਲਾਜ ਸਿਰਫ ਭਗਵਾਨ ਦੇ ਨਾਮ ਦੇ ਵਿੱਚ ਹੀ ਹੈ। ਅੱਗੋਂ ਫਿਰ ਉਹਦਾ ਜਵਾਬ ਆਉਂਦਾ ਨਾ, ਕਹਿੰਦਾ ਵੀ ਕੈਸੇ ਨਾਮ ਜਪਾਂ ਮੈਂ ਤੇਰਾ, 9 ਦਰਵਾਜ਼ੇ ਖੁੱਲੇ ਮਹਿਲ ਦੇ। ਤੇ ਜਿਹੜੇ 9 ਦਰਵਾਜ਼ਿਆਂ ਤੇ ਅਸੀਂ ਫਸੇ। ਇਹ ਰਾਜ ਕਪੂਰ ਸਾਹਿਬ ਜੀ ਨੂੰ ਮੈਂ ਥੈਂਕ ਯੂ ਕਹਿੰਦਾ। ਕਬੀਰ ਦਾ ਭਜਨ ਹੈ ਇਹ ਜੀ। रंग महल के 10 दरवाजे, ना जाने कौन सी खिड़की खुली थी, सैयां निकस गए मैं ना लड़ी थी। सो उस तो वड्डा म्यूजिक लवर कोई पैदा नहीं होया, ना कोई जम सकता हो जा बंदा। रंग महल तो फिर नाम कितना जपिए? फिर नाम जपना तो बड़ा मुश्किल है सर। नाम ये सारियां किरपा भगवान दी है। जे एक मिनट च इंद्रिय च फस जांदा है। जे भगवान चाहणगे सुख तेरा दिता लिजे, ਸੁੱਖ ਤੇਰਾ ਦਿੱਤਾ ਲੀਜੇ। ਮੈਂ ਸੋਚਾਂ ਕਿ ਜੇ ਤੁਸੀਂ ਸੁੱਖ ਹੋ, ਤੁਹਾਡੇ ਕੋਲ ਕਾਰ ਹੈ, ਮੈਂ ਤੁਹਾਡੀ ਕਾਰ ਖੋ ਕੇ ਚਲਾ ਸਕਦਾ, ਪਰ ਜਦੋਂ ਤੁਹਾਡੀ ਰਿਪੋਰਟ ਥਾਣੇ ਜਾਏਗੀ ਮੈਨੂੰ ਕਾਰ ਤੁਹਾਡੇ ਕੋਲ ਹੀ ਆਏਗੀ, ਮੈਂ ਨਹੀਂ ਚਲਾ ਸਕਦਾ ਉਸ ਨੂੰ। ਸੋ ਆਪਣੇ ਕਰਮਾਂ ਨੂੰ ਭਗਵਾਨ ਨੇ ਇਹੀ ਗੱਲ ਕਹੀ ਹੈ ਕਿ ਕਰਮ ਕਰ। ਕਰਮ ਕਰਕੇ ਆਪਣਾ ਕਰਮ ਨੂੰ ਪੁਰਸ਼ਾਰਥ ਕਿਹਾ ਗਿਆ। ਪੁਰਸ਼ਾਰਥ ਤੋਂ ਸਾਰੇ ਸੁੱਖ ਮਿਲਣਗੇ। ਸੰਗ੍ਰਹਿ ਕਰ। ਇੱਕ ਪਾਸੇ ਧਰਮ ਕਹਿੰਦਾ ਕਿ ਸਾਰੀਆਂ ਚੀਜ਼ਾਂ ਬੇਕਾਰ ਹੈ, ਦੂਸਰੇ ਪਾਸੇ ਧਰਮ ਕਹਿੰਦਾ ਕਿ ਹਰੇਕ ਚੀਜ਼ ਦਾ ਸੰਗ੍ਰਹਿ ਕਰ। ਸਰਬ ਵਸਤੂ ਸੰਗ੍ਰਹਿ ਕਰੋ, ਆਵੇ ਕੋ ਦਿਨ ਕਾਮ, ਸਮੇਂ ਪੜੇ ਪਰ ਨਾ ਮਿਲੇ ਮਾਟੀ ਖਰਚੇ ਦਾਮ। ਹਰ ਚੀਜ਼ ਨੂੰ ਇਕੱਠਾ ਕਰੋ, ਕਲੈਕਟ ਕਰੋ, ਉਹਦੀ ਕਲੈਕਸ਼ਨ ਬਣਾਓ। ਇੱਕ ਟਾਈਮ ਇਹੋ ਜਿਹਾ ਆਏਗਾ ਕਿ ਮਿੱਟੀ ਜਿਹਦੀ ਕੋਈ ਵੈਲਿਊ ਨਹੀਂ ਹੈ, ਪੈਸੇ ਖਰਚ ਕੇ ਉਹ ਵੀ ਨਹੀਂ ਮਿਲਦੀ। ਮੀਂਹ ਪੈ ਰਿਹਾ ਹੋਵੇ, ਤੁਹਾਨੂੰ ਛੱਤ ਦੇ ਉੱਤੇ ਮਿੱਟੀ ਪਾਣੀ ਹੋਵੇ, ਸੁੱਕੀ ਮਿੱਟੀ ਨਹੀਂ ਮਿਲਦੀ ਉਸ ਵੇਲੇ। ਜੇ ਤੁਹਾਡੇ ਗੋਡਾਊਨ 'ਚ ਜਾਂ ਤੁਹਾਡੀ ਕਿਤੇ ਅੰਡਰ ਰੂਫ ਕਿਤੇ ਮਾਲ ਪਿਆ ਹੋਵੇਗਾ ਤਾਂ ਤੁਸੀਂ ਚੱਕ ਕੇ ਪਾਓਗੇ ਸਰ। ਸੋ ਪੁਰਸ਼ਾਰਥ ਕਰਮ ਕਰੋ। ਭਗਵਾਨ ਤੋਂ ਇਹੀ ਕਹੋ ਕਿ ਸਾਡੇ ਕਰਮ ਉਜਵਲ ਹੋਣ, ਅਸੀਂ ਆਪਣੇ ਕਰਤੱਵਯ ਤੋਂ ਨਾ ਭਟਕੀਏ। ਜੇ ਸਾਡਾ ਪੜ੍ਹਨ ਦਾ ਟਾਈਮ ਹੈ, ਅਸੀਂ ਸਟੂਡੈਂਟ ਹਾਂ, ਅਤੇ ਅਸੀਂ ਪੜ੍ਹ ਕੇ ਜੋ ਸਾਡੀ ਡਿਗਰੀ ਹੈ, ਜੋ ਸਾਡਾ ਸਟੇਟਸ ਅਸੀਂ ਬਣਾਉਣਾ ਸੋਚਿਆ ਹੋਇਆ, ਜੋ ਸਾਡਾ ਡਰੀਮ ਹੈ, ਉਹਨੂੰ ਫੁੱਲਫਿਲ ਕਰਨ ਦੇ ਜੋ ਵੀ ਸਾਡੇ ਸੰਸਾਧਨ ਹੈ, ਰਿਸੋਰਸਿਸ ਹੈ, ਉਹਨਾਂ ਨੂੰ ਅਵੇਲ ਕਰਦੇ ਹੋਏ ਸਭ ਕੁਝ ਗੇਨ ਕਰੀਏ। ਨੋ ਪੇਨ ਨੋ ਗੇਨ। ਜਦ ਤੱਕ ਕੋਈ ਵੀ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਨਹੀਂ ਕਰੇਗਾ, ਉਹਨੂੰ ਕੁਝ ਮਿਲਦਾ ਨਹੀਂ ਹੈ। ਜੇ ਇੰਨੀ ਕਲੀਅਰ ਹੈ ਲਾਈਫ ਜਿੱਦਾਂ ਤੁਸੀਂ ਦੱਸ ਰਹੇ ਹੋ, ਤਾਂ ਫਿਰ ਇੱਦਾਂ ਕਿਉਂ ਹੁੰਦਾ ਹੈ ਕਿ ਚੋਰੀ ਕਰਨਾ ਵੀ, ਮੈਂ ਦੇਖੋ ਇੱਕ ਬੜੀ ਗਲਤ ਗੱਲ ਕਰ ਰਿਹਾ ਜੀ, ਚੋਰੀ ਕਰਨਾ ਵੀ ਇੱਕ ਮਿਹਨਤ ਹੈ। ਇੱਕ ਚੋਰ ਨੇ ਜਿੱਥੇ ਚੋਰੀ ਕਰਨੀ ਹੁੰਦੀ ਹੈ, ਪਹਿਲਾਂ ਉਹਦਾ ਪੂਰਾ ਖਾਕਾ ਬਣਾਉਂਦਾ ਉਹ, ਉਸ 'ਤੇ ਉਹਦੀ ਪੂਰੀ ਸਟੱਡੀ ਹੁੰਦੀ ਹੈ, ਫਿਰ ਉਹ ਚੋਰੀ ਕਰਨ ਜਾਂਦਾ ਉੱਥੇ। ਸੋ ਜੇ ਚੋਰੀ ਵੀ ਕਰਨੀ ਹੈ ਤਾਂ ਉੱਥੇ ਵੀ ਮਿਹਨਤ ਹੈ। ਜਦੋਂ ਮਿਹਨਤ ਹੀ ਕਰਨੀ ਫਿਰ ਸਹੀ ਪਾਸੇ ਕਰ ਲਓ। ਤੁਹਾਡੀ ਗੱਲ ਤਾਂ ਠੀਕ ਹੈ। ਮੇਰੇ ਕਹਿੰਦਾ ਮੈਂ ਸਵਾਲ ਜਿੱਥੇ ਆ ਰਿਹਾ ਸੀ ਉਹ ਇਹ ਸੀਗਾ ਕਿ ਜਦ ਸਾਨੂੰ ਪਤਾ ਹੈ ਕਿ ਸਭ ਕੁਝ ਤੈਅ ਹੈ, ਕਰਮ ਪ੍ਰਧਾਨ ਹੈ ਜਾਂ ਕਰਮ ਚੰਗਾ ਕਰਨਾ ਚਾਹੀਦਾ, ਉਸ ਤੋਂ ਬਾਅਦ ਵੀ ਸਾਨੂੰ ਇਹ ਮਹਿਸੂਸ ਹੁੰਦਾ ਕਿ ਯਾਰ ਪਤਾ ਨਹੀਂ ਸ਼ਾਇਦ ਮੈਂ ਗਲਤ ਕਰਦਾ ਪਿਆ ਵਾਂ। ਚਲੋ ਕਿਸੇ ਜੋਤਸ਼ੀ ਨੂੰ ਪੁੱਛ ਲੈਂਦੇ ਹਾਂ, ਚਲੋ ਕਿਸੇ ਨਜੂਮੀ ਕੋਲ ਜਾ ਆਉਂਦੇ ਹਾਂ, ਚਲੋ ਕੋਈ ਝਾੜਾ ਕਰਾ ਜਾਂਦੇ ਹਾਂ, ਕੋਈ ਫਾਂਡਾ ਕਰਾ ਜਾਂਦੇ ਹਾਂ, ਕੋਈ ਹਵਨ ਕਰਾ ਜਾਂਦੇ ਹਾਂ, ਕੋਈ ਯਗ ਕਰਾ ਜਾਂਦੇ। ਫਿਰ ਇਨਸਾਨ ਦਾ ਇਸ ਪਾਸੇ ਨੂੰ ਜਾਣਾ ਕੀ ਜਾਇਜ਼ ਹੈ?
ਦੇਖੀਏ ਗੱਲ ਇਹ ਫਿਰ ਉੱਥੇ ਤੁਹਾਡੇ ਵਿਸ਼ਵਾਸ 'ਤੇ ਗੱਲ ਆ ਜਾਂਦੀ ਹੈ। ਤੁਸੀਂ ਕਿਸੇ ਜੋਤਸ਼ੀ ਦੇ ਕੋਲ ਜਾਂਦੇ ਹੋ, ਕਿਸੇ ਵੀ ਭਵਿੱਖ ਦੱਸਣ ਵਾਲੇ ਬੰਦੇ ਦੇ ਕੋਲ ਜਾਂਦੇ ਹੋ, ਉਹ ਤੁਹਾਨੂੰ ਕੋਈ ਵੀ ਕਹਿੰਦੇ ਕਿ ਤੁਸੀਂ ਜੀ ਇਹ ਉਪਾਅ ਕਰ ਲਓ, ਤੁਹਾਡਾ ਇਹ ਕੰਮ ਹੋ ਜਾਏਗਾ। ज्योतिष यही बस उपाय करी जाओ तो ठीक है? ਨਹੀਂ ਸਰ, ਇਸ ਦਾ ਇਹ ਅਰਥ ਨਹੀਂ ਹੈ ਕਿ ਇਹਨਾਂ ਦਾ ਕੋਈ ਮਤਲਬ ਨਹੀਂ ਹੈ। ਇਹਨਾਂ ਕਰਮਾਂ ਤੋਂ ਤੁਹਾਨੂੰ ਆਤਮ ਬਲ ਮਿਲਦਾ। ਜਿਸ ਕੰਮ ਨੂੰ ਕਰਨ ਦੀ ਤੁਹਾਡੀ ਪੋਟੈਂਸੀ ਘੱਟ ਹੋਈ ਹੁੰਦੀ ਆ, ਉਸ ਕੰਮ ਦੇ ਲਈ ਤੁਹਾਨੂੰ ਇੱਕ ਮਾਨਸਿਕ ਪੂਰੀ ਦੀ ਪੂਰੀ ਪ੍ਰੈਪਰੇਸ਼ਨ ਦੇ ਦਿੰਦਾ ਹੀ ਹੈ, ਜੋ ਕਿ ਤੁਹਾਨੂੰ ਮਾਈਂਡ ਤੋਂ ਹਾਰਟ ਤੋਂ ਸਟਰੋਂਗ ਕਰਦਾ ਕਿ ਆਪਾਂ ਇਹ ਕੰਮ ਕੀਤਾ, ਸਾਡੇ ਰਿਜ਼ਲਟ ਵਧੀਆ ਬਣਨਗੇ। ਸੋ ਕੋਈ ਵੀ ਚੀਜ਼ ਦੁਨੀਆ ਦੇ ਵਿੱਚ ਇਹ ਨਹੀਂ ਹੈ ਕਿ ਸਾਰੀ ਚੀਜ਼ਾਂ ਹੀ ਗਲਤ ਹੈ, ਬਟ ਕਈ ਚੀਜ਼ਾਂ ਦਾ ਦੁਸ਼ਪ੍ਰਚਾਰ ਇਤਨਾ ਹੋ ਗਿਆ ਕਿ ਲੋਕਾਂ ਨੇ ਉਸ ਨੂੰ ਕਿਸੇ ਹੋਰ ਸਾਈਡ 'ਤੇ ਲਾਤਾ। ਮੈਨੂੰ ਲੱਗਦਾ ਵੀ ਚੰਗੇ ਬੰਦੇ ਕਿਉਂਕਿ ਬੋਲਦੇ ਨਹੀਂ, ਤੁਹਾਡੇ ਵਰਗੇ ਚੁੱਪਚਾਪ ਘਰੇ ਬੈਠੇ ਨੇ, ਇਸ ਕਰਕੇ ਬਾਬਿਆਂ ਦਾ ਜ਼ੋਰ ਹੈ। ਨਹੀਂ, ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਹੈ। ਰੀਜ਼ਨ ਇਹ ਹੈ ਕਿ ਜਿਨ੍ਹਾਂ ਦਾ ਬੋਲਬਾਲਾ ਉਹਨਾਂ ਦਾ ਹੀ ਚੱਲਦਾ ਸਰ। ਜੋ ਤੁਹਾਨੂੰ ਲੱਗਦਾ ਇੰਨੇ ਬਾਬੇ ਜਿਹੜੇ ਬੈਠੇ ਨੇ, ਜਿਹੜੇ ਰੋਜ਼ ਚੈਨਲਸ ਆਉਂਦੇ ਨੇ, ਵੱਡੇ ਵੱਡੇ ਆਪਣੇ ਚੈਨਲਸ ਵੀ ਖੋਲ੍ਹ ਲੈਣੇ ਹੁਣ ਤਾਂ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਬਾਕੀ ਉਹਨਾਂ ਕੋਲ ਇੰਨਾ ਗਿਆਨ ਹੈ? ਦੇਖੋ, ਇਹ ਕਲਯੁਗ ਹੈ। ਨਾਚੇ ਕੂਦੇ ਤੋੜੇ ਤਾਨ, ਨਾਚੇ ਕੂਦੇ ਤੋੜੇ ਤਾਨ, ਦੁਨੀਆ ਰੱਖੇ ਉਸ ਦਾ ਮਨ। ਜਿਹਨੂੰ ਨੱਚਣਾ ਆਉਂਦਾ, ਇਸ਼ਾਰੇ ਕਰਨੇ ਆਉਂਦੇ ਆ, ਉਹਨਾਂ ਦੀ ਲੋਕੀ ਜ਼ਿਆਦਾ ਜੈਕਾਰ ਕਰਦੇ ਆ। ਜਿਹੜੇ ਸਰਲ ਬੋਲਣ ਵਾਲੇ ਹੁੰਦੇ ਆ, ਕੋੜਾ ਬੋਲਣ ਵਾਲੇ ਹੁੰਦੇ, ਉਹਨਾਂ ਦੇ ਕੋਲ ਕੋਈ ਨਹੀਂ ਜਾਂਦਾ। ਹਰੇਕ ਬੰਦਾ ਇੱਕ ਐਲਿਓਰਮੈਂਟ ਦੀ ਲਾਈਫ ਲੀਡ ਕਰਨਾ ਚਾਹੁੰਦਾ। ਜਿਹਨੇ ਥੋੜ੍ਹੇ ਜਿਹੇ ਕੋੜੇਪਣ ਨੂੰ ਟੇਸਟ ਕੀਤਾ ਹੋਵੇ, ਉਹ ਮਿਹਨਤ ਕਰਨੀ ਵੀ ਜਾਣਦਾ। ਜੋ ਮਿਹਨਤ ਕਰਨ ਵਾਲਾ ਬੰਦਾ, ਉਹ ਇਹਨਾਂ ਚੱਕਰਾਂ ਦੇ ਵਿੱਚ ਛੇਤੀ ਕਰਕੇ ਆਉਂਦਾ ਨਹੀਂ। ਜੇ ਉਹ ਜਾਏਗਾ ਵੀ ਤਾਂ ਇੱਕ ਐਕਸਟੈਂਡ ਤੱਕ ਹੀ ਜਾਏਗਾ, ਉਹ ਖੁੱਬੇਗਾ ਨਹੀਂ ਵਿੱਚ ਜਾ ਕੇ ਉਹਦੇ। ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਡੀਪ ਐਂਟਰ ਕਰ ਜਾਂਦੇ ਹੋ ਨਾ, ਫਿਰ ਨਾ ਤੁਸੀਂ ਅੱਗੇ ਜਾ ਸਕਦੇ ਹੋ, ਨਾ ਪਿੱਛੇ ਆ ਸਕਦੇ ਹੋ, ਫਿਰ ਤੁਸੀਂ ਉੱਥੇ ਭਟਕਦੇ ਰਹਿੰਦੇ ਹੋ। ਇਸ ਲਈ ਜਿਸ ਲੈਵਲ ਤੱਕ ਦੀ ਗੱਲ ਹੈ, ਉਸ ਲੈਵਲ ਤੱਕ ਬੰਦਾ ਕਰ ਲਵੇ, ਠੀਕ ਹੈ। ਰਵਿੰਦਰ ਜੀ, ਅਸੀਂ ਜਦੋਂ ਅਕਸਰ ਸੁਣਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਕਹਿੰਦੇ ਵੀ ਸ੍ਰਿਸ਼ਟੀ ਤੋਂ ਪਹਿਲੇ ਜਿਹੜੀ ਹੈ ਉਹ ਧਰਤੀ ਨਹੀਂ ਸੀ, ਪਾਣੀ ਸੀ, ਅਤੇ ਪਾਣੀ ਦੇ ਵਿੱਚ ਧਰਤੀ ਨਿਕਲੀ ਜਾਂ ਧਰਤੀ ਦਾ, ਇਹਦਾ ਜਿਹੜਾ ਕੰਟੈਕਸਟ ਹੈ ਵੇਦਾਂ, ਸ਼ਾਸਤਰਾਂ, ਪੁਰਾਣਾਂ ਦੇ ਅਨੁਸਾਰ ਤੁਸੀਂ ਕਿੱਦਾਂ ਦੇਖਦੇ ਹੋ ਕਿ ਸ੍ਰਿਸ਼ਟੀ ਦੀ ਉਤਪੱਤੀ ਕਿੱਦਾਂ ਹੋਈ, ਕਿਸ ਤਰੀਕੇ ਨਾਲ? ਇਸ ਦੇ ਲਈ ਜੋ ਸਾਡੇ ਰਿਸ਼ੀ ਮੁਨੀਆਂ ਨੇ ਇਹਦੀ ਵਿਆਖਿਆ ਕੀਤੀ ਹੈ, ਉਹ ਇਹੀ ਕੀਤੀ ਹੈ ਕਿ ਪ੍ਰਿਥਵੀ ਤੋਂ ਪਹਿਲਾਂ ਕੁਝ ਵੀ ਨਹੀਂ ਸੀ। ਅੱਛਾ। ਤੁਹਾਨੂੰ ਸ਼ਾਇਦ ਯਾਦ ਹੋਏਗਾ 90 ਦੇ ਟੈਨਿਓਰ ਦੇ ਵਿੱਚ ਦੂਰਦਰਸ਼ਨ 'ਤੇ ਇੱਕ ਸੀਰੀਅਲ ਆਉਂਦਾ ਸੀਗਾ ਸੱਤਿਆਜੀਤ ਰੇ ਦਾ, ਸ਼ਾਮ ਬੇਨੇਗਲ ਦਾ, ਭਾਰਤ ਇੱਕ ਖੋਜ। ਉਸ ਦਾ ਟਾइटल सॉन्ग ਸੀ, पृथ्वी से पहले सत्य नहीं था, असत भी नहीं, छिपा था केवल ज्ञान, किसने किसको था ढका, ये किसी को नहीं पता, नहीं पता। ਤੇ ਨਾਲ ਹੀ ਉਹਦੇ ਇੱਕ ਸ਼ਲੋਕ ਚੱਲਦਾ ਸੀ, हिरण्य गर्भे भूतस्य जाता प्रतिरेक आसीत सदाधार पृथ्वी। ये जो है पृथ्वी ਦੇ ओरिजिन ਦੀ ਸਟੋਰੀ ਹੈ। ਅੱਛਾ। पृथ्वी ਤੋਂ ਪਹਿਲਾਂ ਕਿਆ ਸੀ? ਚਾਰੋਂ ਤਰਫ ਹਨੇਰਾ ਹੀ ਹਨੇਰਾ, ਧੁੰਦ ਇਹੋ ਜਿਹਾ ਮਾਹੌਲ ਸੀ। ਇਹਨੂੰ ਅੰਗਰੇਜ਼ ਮਤਲਬ ਰਿਸ਼ੀਆਂ ਨੇ ਤਾਂ ਸਿੱਧਾ ਮੰਤਰ ਤੋਂ ਹੀ ਕਲੀਅਰ ਕਰਤਾ, ਹਿਰण्य गर्भे भूतस्य जाता। ਹਿਰण्य गर्भ ਅਗਨੀ ਦੇ ਪਿੰਡ ਨੂੰ ਕਿਹਾ। ਅੱਛਾ। ਉਸ ਤੋਂ ਇੱਕ ਉਸ ਦਾ ਟੁਕੜਾ ਗਿਰਿਆ ਪਾਣੀ ਦੇ ਵਿੱਚ। ਕਰੋੜਾਂ ਸਾਲਾਂ ਦੇ ਅੰਤਰਾਲ ਤੋਂ ਬਾਅਦ, ਕਰੋੜਾਂ ਸਾਲਾਂ ਦੇ ਇੰਟਰਵੈਲ ਤੋਂ ਬਾਅਦ ਉਹ ਠੰਡਾ ਹੁੰਦਾ ਉਸਦੀ ਲੇਅਰ ਠੰਡੀਆਂ ਹੋਣੀਆਂ, ਸਤਹਾਂ ਉਹਦੀ ਠੰਡੀਆਂ ਹੋਣੀਆਂ ਸ਼ੁਰੂ ਹੋਈਆਂ। ਫਿਰ ਉਸ ਦੇ ਉੱਪਰ ਜੀਵਾਂ ਦੀ ਉਤਪੱਤੀ, ਵਨਸਪਤੀ ਦੀ ਉਤਪੱਤੀ ਹੋਣੀ ਸ਼ੁਰੂ ਹੋਈ। ਇਸ ਨੂੰ ਅੰਗਰੇਜ਼ਾਂ ਨੇ ਜਾਂ ਵੈਸਟਰਨ ਨੌਲੇਜ ਨੇ ਇਸੇ ਚੀਜ਼ ਨੂੰ ਆਪਣੇ ਉਸ 'ਚ ਡਿਸਕ੍ਰਾਈਬ ਕੀਤਾ, ਜਿਹਨੂੰ ਕਿ ਆਪਾਂ ਓਰੀਜਨ ਆਫ ਅਰਥ ਦੀ ਥਿਊਰੀ ਵੀ ਕਹਿੰਦੇ ਹਾਂ। ਥਿਊਰੀ ਆਫ ਐਵੋਲਿਊਸ਼ਨ, ਓਰੀਜਨ ਆਫ ਅਰਥ, ਅੱਛਾ, ਥਿਊਰੀ ਆਫ ਓਰੀਜਨ ਆਫ ਅਰਥ। ਐਮ ਏ ਜੀਓਗ੍ਰਾਫੀ ਦੇ ਵਿੱਚ ਇਹ ਸਬਜੈਕਟ ਦੇ ਵਿੱਚ ਪੜ੍ਹਾਇਆ ਜਾਂਦਾ,
ਟੌਪਿਕ ਹੈ ਪੂਰਾ। ਠੀਕ। ਇਲਾਸਟਿਕ ਰੀਬਾਊਂਡ ਦੀ ਥਿਊਰੀ ਵੀ ਇਹਨੂੰ ਕਹਿੰਦੇ ਆਪਾਂ, ਕਿ ਇੱਕ ਅੱਗ ਦਾ ਗੋਲਾ ਜੋ ਕਿ ਅੰਤਰਿਕਸ਼ ਦੇ ਵਿੱਚ ਬਹੁਤ ਤੇਜ਼ੀ ਨਾਲ ਘੁੰਮ ਰਿਹਾ ਸੀ, ਉਹ ਇਤਨੀ ਤੇਜ਼ੀ ਨਾਲ ਘੁੰਮ ਰਿਹਾ ਸੀ ਕਿ ਉਸ ਦੇ ਸਰਕਮਫਰੈਂਸ ਦੇ ਵਿੱਚ ਇੱਕ ਉਭਾਰ ਆ ਗਿਆ, ਇੱਕ ਪਾਸੇ ਉਹ ਬਾਹਰ ਨੂੰ ਨਿਕਲਣਾ ਸ਼ੁਰੂ ਹੋਇਆ, ਅਤੇ ਉਸ ਦੀ ਮੂਵਮੈਂਟ ਜਿਹੜੀ ਸੀ ਅੱਗ ਦੇ ਗੋਲੇ ਦੀ ਜੋ ਗਤੀ ਹੈ ਉਹ ਇਤਨੀ ਤੇਜ਼ ਸੀ ਕਿ ਉਸ ਦੇ ਭਾਰ ਨੂੰ ਚੱਕਣ ਨੂੰ ਉਹ ਉਸ ਤੋਂ ਉਹਦੇ ਬਾਹਰ ਨਿਕਲਣ ਦੇ ਕਰਕੇ ਉਹ ਲੜਖੜਾ ਰਹੀ ਸੀ, ਅਤੇ ਲੜਖੜਾਉਂਦੇ ਉਹ ਉਸ ਤੋਂ ਡਿਟੈਚ ਹੋਣਾ ਸ਼ੁਰੂ ਹੋਇਆ, ਉਸ ਦਾ ਪਾਰਟ ਹੀ। ਅਤੇ ਇੱਕ ਲੈਵਲ 'ਤੇ ਆ ਕੇ ਜਦੋਂ ਉਹ ਬਿਲਕੁਲ ਵੀਕ ਹੋ ਗਿਆ ਪਾਰਟ, ਉਹ ਟੁੱਟ ਕੇ ਉਸ ਤੋਂ ਗਿਰ ਗਿਆ, ਅਤੇ ਉਸ ਗਿਰੇ ਹੋਏ ਪਾਰਟ ਨੂੰ ਹੀ ਅਰਥ ਕਿਹਾ ਗਿਆ, ਜਿਸ ਦੇ ਉੱਤੇ ਕਿ ਕਰੋੜਾਂ ਸਾਲਾਂ ਦੇ, ਉੱਥੇ ਵੀ ਕਰੋੜਾਂ ਸਾਲਾਂ ਦਾ ਇੰਟਰਵੈਲ ਹੈ, ਕਿਉਂਕਿ ਸਭ ਕੁਛ ਚੱਕਿਆ ਲੋਕਾਂ ਨੇ ਇੱਥੋਂ ਹੀ ਆ। ਗੋਲਡ ਇਜ਼ ਗੋਲਡ, ਸੋਨਾ ਜ਼ਿਆਦਾ ਹੋਵੇ ਉਹਨੂੰ ਗਲਾ ਕੇ ਉਹਦੀਆਂ 20 ਅੰਗੂਠੀਆਂ ਬਣਵਾ ਲਓ, 50 ਅੰਗੂਠੀਆਂ ਬਣਵਾ ਲਓ, ਉਹਦੀ ਮਾਤਰਾ ਦੇ ਉੱਤੇ ਡਿਪੈਂਡ ਕਰਦੀ ਹੈ ਗੱਲ। ਉਸੇ ਤਰੀਕੇ ਨੌਲੇਜ ਇੱਥੇ ਦਾ ਹੀ ਹੈ। ਉਹ ਸਾਰਾ ਜੋ ਕੁਛ ਅਸੀਂ ਪੁੱਛ ਰਹੇ, ਜੋ ਸਾਡੀਆਂ ਜਿਗਿਆਸਾਵਾਂ, ਜੋ ਸਾਡੇ ਸਵਾਲ ਹੈਗੇ ਆ, ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਸਾਡੇ ਰਿਸ਼ੀ ਮੁਨੀਆਂ ਨੇ ਚੌਂਕੜੀ ਮਾਰ ਕੇ ਸਾਨੂੰ ਦਿੱਤੇ ਆ, ਕਿ ਅਰਥ ਕਿਸ ਤਰ੍ਹਾਂ ਪੈਦਾ ਹੋਈ, ਇੱਥੇ ਕੀ ਕੁਛ ਹੋਇਆ, ਕਿਹੜੇ ਕਿਹੜੇ ਦੇਵੀ ਦੇਵਤਾ ਆਏ, ਕਿਸ ਯੁੱਗ ਦੇ ਵਿੱਚ ਕੀ ਕੁਛ ਅਵਤਾਰ ਹੋਏ, ਉਹਨਾਂ ਦੇ ਟਾਈਮ ਦੇ ਵਿੱਚ ਕਿਹੜੇ ਰਾਕਸ਼ਸ ਸੀਗੇ, ਕਿਹੜੀਆਂ ਉਹਨਾਂ ਜ਼ਿੰਦਗੀ ਦੀਆਂ ਡਿਸਪੈਰਿਟੀ ਸੀਗੀਆਂ, ਉਹਨਾਂ ਨੂੰ ਭਗਵਾਨ ਨੇ ਕਿਸ ਤਰ੍ਹਾਂ ਸੈਟਲ ਕੀਤਾ, ਇਹ ਸਾਰਾ ਸਿਸਟਮ ਉਹਨਾਂ ਨੇ ਸਭ ਕੁਝ ਡਿਸਕ੍ਰਾਈਬ ਕੀਤਾ ਹੋਇਆ। ਸੋ ਯਜੁਰਵੇਦ ਦਾ ਦੂਸਰਾ ਅਧਿਆਏ, ਜਿਸ ਦੇ ਵਿੱਚ 16 ਮੰਤਰ ਉਹਦੇ ਪੁਰਸ਼ ਸੂਕਤ ਕਹਾਉਂਦੇ ਆ, ਜੋ ਕਿ ਟੋਟਲੀ ਪ੍ਰਥਮ ਪੁਰਸ਼ ਦੀ ਸਤੁਤੀ ਆ। ਓਮ ਸਹਿਸ੍ਰ ਸਿਰਸ਼ਾ ਪੁरुष सहस्राक्ष सहस्रपात सभूमिगम सर्वत्र प्रत्वाय तिष्ठ दशांगुलम। उस प्रथम पुरुष के हजारों सिर थे, हजारों आँखें थी, हजारों कान थे, हजारों उसकी भुजाएं थी। जी, ये उनका डिस्क्रिप्शन। और उनके रहने का स्थान आप अपने कंधे से हार्ट तक इसको नाप लो, 10 अंगुल, 10 एक 2 ਚੱਪੇ ਤੇ 2 ਉਂਗਲਾਂ ਥੱਲੇ, 10 ਉਂਗਲਾਂ ਦੇ ਵਿੱਚ ਥੱਲੇ ਹਾਰਟ ਹੈ ਤੁਹਾਡਾ। ਜੋ ਵੀ ਲੋਕੀ ਅੱਜ ਯੋਗਾ ਦਾ ਬਹੁਤ, ਪਹਿਲੀ ਗੱਲ ਤਾਂ ਲੋਕ ਯੋਗ ਨੂੰ ਹੀ ਗਲਤ ਬੋਲਦੇ ਆ। ਵਰਡ ਹੈ ਯੋਗ ਨੂੰ ਇਹਦੀ ਪ੍ਰੋਨਾਊਂਸ ਦੇ ਕਰਕੇ ਯੋਗਾ ਬੋਲਦੇ ਸਾਰੇ ਲੋਕੀ ਜੀ। ਬਟ ਜੋ ਵੀ ਆ ਠੀਕ ਹੈ, ਟਾਈਮ ਦੇ ਅਕੋਰਡਿੰਗ ਜੋ ਚੱਲ ਰਿਹਾ ਬੈਸਟ ਹੈ। ਯੋਗ ਦੇ ਵਿੱਚ ਧਿਆਨ ਦੇ ਵਿੱਚ 7 ਚੱਕਰ, ਜਿਸ ਤਰ੍ਹਾਂ ਜੋ ਆਪਣਾ ਕਦੇ ਐਕਸੀਡੈਂਟ ਹੋਵੇ ਜਾਂ ਕੋਈ ਵੀ ਇੱਕਦਮ ਆਪਾਂ ਕਿਸੇ ਚੀਜ਼ ਨੂੰ ਇਹੋ ਜਿਹੀ ਨੂੰ ਫੇਸ ਕਰੀਏ ਜੋ ਕਿ ਦੇਖਣ ਲਾਇਕ ਨਾ ਹੋਵੇ, ਅਤੇ ਉਸ ਦੇ ਵਿੱਚ ਸਾਡੀ ਬਾਡੀ ਦਾ ਕਿਹੜਾ ਪਾਰਟ ਇਫੈਕਟਡ ਹੁੰਦਾ, ਮੈਂ ਤੁਹਾਨੂੰ ਪੁੱਛਦਾ। ਮਨ ਦੁਖੀ ਹੁੰਦਾ। ਹੋਰ ਤੁਹਾਡੀ ਬਾਡੀ ਦਾ ਪਾਰਟ ਪੁੱਛਿਆ। ਮਨ ਕੋਈ ਪਾਰਟ ਆਫ ਬਾਡੀ ਨਹੀਂ ਹੈ। ਮਨ ਇੱਕ ਉਹ ਔਰਗਨ ਹੈ ਜੋ ਕਿ ਬਾਇਓਲੋਜਿਕ, ਮਤਲਬ ਆਪਣੀ ਐਟੋਨੋਮਿਕਲੀ ਕਿ ਆਪਣੀ ਬਾਡੀ ਦੇ ਵਿੱਚ ਕਿਤੇ ਵੀ ਅਵੇਲੇਬਲ ਨਹੀਂ ਹੈ। ਠੀਕ ਹੈ। ਮਨ ਨਾਮ ਦਾ ਕੋਈ ਔਰਗਨ ਨਹੀਂ ਹੈ ਬਾਡੀ 'ਚ। ਫੇਫੜੇ ਹੈ, ਹਾਰਟ ਹੈ, ਲੀਵਰ ਹੈ, ਸਭ ਕੁਝ ਮਿਲ ਜਾਏਗਾ, ਪਰ ਮਨ ਨਾਮ ਦਾ ਕੋਈ ਔਰਗਨ ਬਾਡੀ ਦੇ ਵਿੱਚ ਨਹੀਂ ਹੈ। ਠੀਕ ਹੈ। ਸੋ ਸਾਰਿਆਂ ਤੋਂ ਪਹਿਲਾਂ ਕੋਈ ਚੀਜ਼ ਇਫੈਕਟਡ ਹੋਏਗੀ, ਜਿਸ ਤਰ੍ਹਾਂ ਆਪਾਂ ਕਾਰ ਚਲਾ ਰਹੇ ਹਾਂ, ਸਕੂਟਰ ਚਲਾ ਰਹੇ ਹਾਂ, ਕੁਛ ਕਿਤੇ ਜਾ ਕੇ ਵੱਜਦੇ ਹਾਂ, ਅਤੇ ਕੋਈ ਸਾਰਿਆਂ ਤੋਂ ਪਹਿਲਾਂ ਚੀਜ਼ ਇਫੈਕਟਡ ਹੁੰਦੀ ਆ, ਉਹ ਤੁਹਾਡੀ ਹੁੰਦੀ ਨਾਭੀ, ਨੇਵਲ। ਓਕੇ। ਕਿਉਂਕਿ ਨਾਭੀ ਬਾਡੀ ਦਾ ਸੈਂਟਰ ਹੈ, ਜਿਹਨੂੰ ਕਿ ਯੋਗ ਵਾਲੇ ਜਾਂ ਧਿਆਨ ਵਾਲੀ ਜਨਤਾ ਜੋ ਹੈ, ਪ੍ਰਾਣਾਯਾਮ ਵਾਲੀ ਜਨਤਾ ਜੋ ਹੈ, ਇਸ ਨੂੰ ਮੂਲਾਧਾਰ ਮੰਨਦੀ ਹੈ। ਅੱਛਾ ਜੀ। ਇਹ 7 ਚੱਕਰ ਹੈ, ਮੂਲਾਧਾਰ ਤੋਂ ਲੈ ਕੇ ਉੱਪਰ ਤੱਕ ਜਾਂਦੇ, ਹਾਰਟ ਤੱਕ ਜਾਂਦੇ, ਠੀਕ, ਸਿਰ ਤੱਕ ਜਾਂਦੇ ਆ। ਜਿਹੜਾ ਚੱਕਰ ਜਿਸ ਚੱਕਰ 'ਤੇ ਤੁਹਾਡਾ ਅਭਿਆਸ ਜਾਣਾ ਸ਼ੁਰੂ ਕਰ ਦਿੰਦਾ, ਥੱਲੜੇ ਚੱਕਰ ਬੰਦ ਹੋਣੇ ਸ਼ੁਰੂ ਹੋ ਜਾਂਦੇ, ਉੱਪਰ ਦੇ ਚੱਕਰ ਜਾਗਰਿਤ ਹੋਣੇ ਸ਼ੁਰੂ ਹੋ ਜਾਂਦੇ।
ਇਹ ਤੁਹਾਡਾ ਆਗਿਆ ਚੱਕਰ ਹੈ ਦੋਨਾਂ ਨੇਤਰਾਂ ਦੇ ਵਿੱਚ। ਬ੍ਰੇਨ ਨੂੰ ਸਾਰੀ ਸਪਲਾਈ। ਦੂਸਰੀ ਗੱਲ, ਇਨਸਾਨ ਦੇ ਸਾਰੇ ਡਿਸੀਜ਼ਨ ਬੁੱਧੀ ਕਰਦੀ ਆ। ਇਨਸਾਨ ਦੇ ਸਾਰੇ ਡਿਸੀਜ਼ਨ ਬੁੱਧੀ ਤੋਂ ਹੁੰਦੇ ਆ, ਪਰ ਧਰਮ ਨੇ ਬੁੱਧੀ ਨੂੰ ਵੀ ਜੜ ਮੰਨਿਆ। ਦੇਖੋ ਮਜ਼ੇ ਦੀ ਗੱਲ, ਧਰਮ ਨੇ ਬੁੱਧੀ ਨੂੰ ਵੀ ਜੜ ਮੰਨਿਆ, ਜਿਹੜੇ ਕਿ ਸਾਰੇ ਡਿਸੀਜ਼ਨ ਲੈਂਦੀ ਆ। ਤੁਹਾਡੇ ਡਿਸੀਜ਼ਨ ਤਦ ਤੱਕ ਜੈਨੂਅਨ ਨਹੀਂ ਹੋਣਗੇ ਜਦ ਤੱਕ ਉਹਦੇ ਉੱਪਰ ਵਿਵੇਕ ਨਾਮ ਦਾ ਸਾਰਥੀ ਨਾ ਬੈਠਾ ਹੋਵੇ। ਡਿਸੀਜ਼ਨ ਹੈ, ਬਟ ਉਹ ਰੈਸ਼ਨਲ ਡਿਸੀਜ਼ਨ, ਵਿਵੇਕਸ਼ੀਲ ਡਿਸੀਜ਼ਨ ਉਸ ਵੇਲੇ ਬਣਦਾ ਜਦੋਂ ਉਸ ਦੇ ਉੱਤੇ ਵਿਵੇਕ ਆਪਣਾ ਰੋਲ ਪਾਰਟ ਪਲੇ ਕਰ ਰਿਹਾ ਹੋਵੇ। ਅਦਰਵਾਈਜ਼ ਤੁਹਾਡਾ ਲਿੱਤਾ ਡਿਸੀਜ਼ਨ ਦਾਏਂ ਵੀ ਜਾ ਸਕਦਾ, ਖੱਬੇ ਵੀ ਜਾ ਸਕਦਾ, ਸੱਜੇ ਵੀ ਜਾ ਸਕਦਾ, ਗਲਤ ਵੀ ਹੋ ਸਕਦਾ, ਸਹੀ ਵੀ ਹੋ ਸਕਦਾ। ਇਸ ਲਈ ਉਸ ਦੇ ਉੱਤੇ ਵਿਵੇਕ ਦਾ ਹੋਣਾ ਬਹੁਤ ਜ਼ਰੂਰੀ ਹੈ। ਵਿਵੇਕ ਤੁਹਾਡਾ ਮਾਈਂਡ ਸੈੱਟ ਹੈ, ਉਹਨੂੰ ਵਿਵੇਕ ਕਹਿ ਲਓ, ਮਾइंड सेट कह लो, भगवान की कृपा कह लो। जहाँ पर कृपा राम की होई तहाँ पर करे कृपा सब होई। भारत में ज्योतिष सारे लोग ज्योतिष ਨੂੰ ਮੰਨਦੇ ਆ। ज्योतिष ਦੇ ਕੋਲ ਸਾਰਿਆਂ ਤੋਂ ਵੱਡੀ ਚੀਜ਼ ਹੈ ਕੈਲਕੂਲੇਸ਼ਨ। ਠੀਕ ਹੈ। ਕੈਲਕੂਲੇਸ਼ਨ ਦੇ ਬੇਸਿਸ ਦੇ ਉੱਤੇ ज्योतिषी ਇਹ ਗਣਨਾ ਕਰ ਲੈਂਦੇ ਹੈਗੇ ਕਿ ਫਲਾਣੀ ਡੇਟ ਨੂੰ ਗ੍ਰਹਿਣ ਹੋਏਗਾ, ਫਲਾਣੀ ਡੇਟ ਨੂੰ ਸੰਗਰਾਂਦ ਹੋਏਗੀ, ਫਲਾਣੀ ਡੇਟ ਨੂੰ ਪੂਰਨਮਾਸ਼ੀ ਆਏਗੀ। ਠੀਕ ਹੈ। ਇਹ ਸਾਰੀਆਂ ਤਿਥੀਆਂ ਦੇ ਨਿਰਣੇ ਜਿਹੜੇ ਹੈਗੇ ਕੈਲਕੂਲੇਸ਼ਨ ਬੇਸਿਸ ਹੈ। ਠੀਕ ਹੈ। ਇਸ ਤੇ ਇਹ ਸਾਰੀਆਂ ਗੇਮਸ ਚਲਦੀਆਂ ਐਸਟਰੋਨੋਮੀ ਤੋਂ, ਖਗੋਲ ਸ਼ਾਸਤਰ ਤੋਂ ਹੈ। ਠੀਕ ਹੈ। ਖਗੋਲ ਸ਼ਾਸਤਰ ਦਾ ਤੇ ज्योतिष ਦਾ मतलब दामन चोली का साथ है। ज्योतिषी जितने भी गल करते हैं वो कैलकुलेशना की गल करते हैं। अज ज्योतिष इतना पॉपुलर इसलिए हो गया क्योंकि ये सॉफ्टवेयर दे विच अवेलेबल हो गया, अदरवाइज ज्योतिष किसी को नहीं आता। अच्छा, ये गल मैं डंके की चोट से कहना, जे किसी को हुण पंचांग पकड़ा दिया ना, वो घिग्गी बन जाएगी महाराज। ज्योतिष के दो रूप है, एक ਉਹਦਾ गणित ਦਾ पोर्शन ਤੇ दूसरा ਉਹਦਾ फलित ਦਾ पोर्शन। अच्छा, गणित ਜਿਹਨੂੰ मैथमैटिक्स ਆਉਂਦਾ ਉਹਦਾ ਵਧੀਆ ਹੋਏਗਾ, ਪਰ ਪ੍ਰੈਡਿਕਸ਼ਨ ਦਾ ਪਾਰਟ, ਕੋਈ ਪ੍ਰੋਫੈਸੀ ਕਰਨ ਦਾ ਪਾਰਟ, ਕਿਸ ਦੇ ਭਵਿੱਖ ਨੂੰ ਬੋਲਣ ਦਾ ਪਾਰਟ ਉਸੇ ਬੰਦੇ ਦਾ ਸੱਤੇ ਹੋਏਗਾ ਜੋ ਕਿ ਭਗਵਾਨ ਦੇ ਨਜ਼ਦੀਕ ਹੋਏਗਾ, ਜੋ ਕਿ ਭਗਵਾਨ ਦਾ ਭਜਨ ਕਰਦਾ ਹੋਏਗਾ। ਇਸ ਕਰਕੇ ज्योतिषी ਜਿਹੜੇ ਹੈਗੇ ਆ, ਜੋ ਸਹੀ ਜਿਨ੍ਹਾਂ ਨੂੰ ਨੌਲੇਜ ਆ, ਉਹ ਕਿਸੇ ਦਾ ਭਵਿੱਖ ਦੱਸਦਾ ਹੀ ਨਹੀਂ ਆ। ਤੇ ਅੱਜ ਕੱਲ੍ਹ ਤਾਂ ਬਾਬਾ ਜੀ ਪਰਚੀ ਲਿਖ ਕੇ ਪਹਿਲੇ ਲਿਖ ਉਹ ਜੋ ਮਰਜ਼ੀ, ਉਹ ਸਭ ਠੀਕ ਹੈ। ਦਿਸ ਇਜ਼ ਪਾਰਟ ਆਫ देयर ਬਿਜ਼ਨਸ। ਅੱਛਾ, ਇਹ ਉਹਨਾਂ ਦੀ ਦੁਕਾਨਦਾਰੀ ਆ। ਪਰ ਜੇ ਇਹੀ ਗੱਲ ਤੁਸੀਂ ਆਪਣੀ ਘਰ ਵਾਲੀ ਨੂੰ ਕਹਿੰਦੇ ਪਾਰਟ ਆਫ देयर ਬਿਜ਼ਨਸ, ਉਹ ਤੁਹਾਡੇ ਗੱਲ ਪੈ ਮੈਂ ਕਰਦਾ ਹੀ ਨਹੀਂ ਇਹ ਕੰਮ। ਅੱਛਾ, ਮੈਂ ਇਹ ਕੰਮ ਨਹੀਂ ਕਰਦਾ। ਤੇ ਤੁਹਾਨੂੰ ਇੱਕ ਗੱਲ ਨਹੀਂ ਹੈ ਕਿ ਇਹ ਕੰਮ ਮਾੜਾ ਹੈ। अच्छा अच्छा है। कोई भी काम जो भी व्यक्ति कर रहा है, जो किसी की आजीविका, जो किसी की ब्रेड अर्निंग दा आर्ट है, वो ठीक है। ब्राह्मणों ने जब तक ये कर्म किया, ब्राह्मण हमेशा झोंपड़ी च रहा, ऋषि मुनि झोंपड़ियां च रहे, उन्होंने महल नहीं बनाया किसी ने अपना। ਹੁਣ ਤਾਂ एम्पायर खड़े ਹੁੰਦੇ ਨੇ। ਹੁਣ बेशक ਦੇ एम्पायर खड़े हो रहे हैं। वो एम्पायर जितनी, कोई भी चीज़ एक गल याद रखियो, कोई भी चीज़ जितनी अनयूजली बनी है उतनी अनयूजली वो उतनी स्पीड ਦੇ ਨਾਲ ਵੱਡੇ ਵੱਡੇ ਡੇਰੇ ਨੇ, ਵੈਨਿਸ਼ ਹੋ ਜਾਏਗੀ। ਉਹਨਾਂ ਦੀਆਂ ਬ੍ਰਾਂਚਾਂ ਨੇ ਪੂਰੀ ਦੁਨੀਆ ਦੇ ਵਿੱਚ। ਮੈਂ ਕਿ ਮੰਨ ਕੇ ਚੱਲਦਾ ਮੈਂ ਤੁਹਾਡੀ ਗੱਲ ਨੂੰ, ਸਾਰਿਆਂ ਨੂੰ ਸਲੂਟ ਹੈ, ਬਟ ਜੋ ਵੀ ਲੋਕੀ ਕਰ ਰਹੇ ਹੈਗੇ, ਤੁਹਾਡੇ ਕੋਲ ਇਹਨਾਂ ਨੌਲੇਜ ਹੈ, ਕਦੇ ਕਿਸੇ ਬਾਬੇ ਨੇ ਅਪਰੋਚ ਨਹੀਂ ਕੀਤਾ ਕਿ ਯਾਰ ਆ ਜਾ ਸਾਡੇ ਕੋਲ, ਆਪਾਂ ਤੈਨੂੰ ਦੇ ਦਿੰਦੇ ਹਾਂ ਨਹੀਂ, ਡੇਰੇ ਦੀ ਗੱਦੀ? ਕਦੇ ਵੀ ਨਹੀਂ ਇਸ ਤਰ੍ਹਾਂ ਹੋਇਆ। ਚਾਹੁੰਦੇ ਹੋਗੇ? ਕੋਈ ਇੱਛਾ ਵੀ ਨਹੀਂ ਹੈ ਦਿਲ ਦੀ। ਫਿਰ ਇੰਨਾ ਗਿਆਨ, ਇੰਨਾ ਸਭ ਕੁਝ ਹਾਸਿਲ ਕਰਕੇ ਉਹਦਾ ਅਲਟੀਮੇਟਲੀ ਗੋਲ ਕੀ ਹੈ? ਬੇਸਿਕਲੀ ਗੋਲ ਇਹ ਹੈ ਕਿ ਜਿਸ ਤਰ੍ਹਾਂ ਹੁਣ ਤੁਸੀਂ ਆਪਣਾ ਟਾਈਮ ਮੇਰੇ ਉੱਤੇ ਲਾਇਆ, ਹੁਣ ਮੈਨੂੰ ਨਹੀਂ ਪਤਾ ਕਿ
ਉਹ ਤੁਹਾਡੇ ਲਈ ਕਿੰਨਾ ਫਰੂਟਫੁਲ ਹੋਏਗਾ। ਬਟ ਮੈਂ ਆਪਣੀ ਪੂਰੀ ਇਮਾਨਦਾਰੀ ਨਾਲ, ਆਪਣੀ ਪੂਰੀ ਇੰਸਟਿੰਕਟ ਦੇ ਨਾਲ, ਫੁੱਲ ਆਫ ਮਾਈ ਬੈਸਟ ਆਫ ਮਾਈ ਨੌਲੇਜ, ਫੁੱਲ ਆਫ ਮਾਈ ਅਰਨੈਸਟਨੈਸ ਤੁਹਾਡੇ ਨਾਲ ਉਹ ਸ਼ੇਅਰ ਕੀਤੀ ਹੈ। ਕਦੇ ਵੀ ਮੈਂ ਤੁਹਾਡੇ ਕੰਮ ਆਵਾਂ, ਮੈਨੂੰ ਖੁਸ਼ੀ ਹੋਏਗੀ ਇਸ ਗੱਲ ਦੀ। ਗੁਰਿੰਦਰ ਜੀ, ਇਨਸਾਨ ਜਿਹੜਾ ਉਹ ਅਸੀਂ ਕਹਿੰਦੇ 5 ਤੱਤਾਂ ਦਾ ਪੁਤਲਾ ਹੈ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਔਰ ਇਹ ਤੋਂ ਬਿਨਾਂ ਫਿਰ ਅਗਰ ਉਹ ਫਿਰ ਉਹ ਇਨਸਾਨ ਨਹੀਂ, ਫਿਰ ਦੇਵਤਾ ਜਾਂ ਕੁਛ ਹੋਰ ਚੀਜ਼ ਹੈ। ਇਹ ਚੀਜ਼ਾਂ ਕਿਸੇ ਵੇਲੇ ਬਹੁਤ ਡੋਮੀਨੇਟਿੰਗ ਹੋ ਜਾਂਦੀਆਂ। ਅਸੀਂ ਕਿਸੇ ਦਾ ਸਿਰ ਪਾੜ ਦਿੰਦੇ ਹਾਂ ਜਾਂਦੇ ਜਾਂਦੇ, ਸੜਕ 'ਤੇ ਆਰਾਮ ਨਾਲ ਜਾਂਦੇ ਜਾਂਦੇ ਕਿਸੇ ਨਾਲ ਲੜ ਪੈਂਦੇ ਹਾਂ, ਕਿਸੇ ਨਾਲ ਮਾੜੀ ਜਿਹੀ ਗੱਲ ਘੱਟ ਤੋਲਿਆ ਹੁੰਦਾ, ਆ ਕੇ ਅਸੀਂ ਗੁੱਸਾ ਆਪਣੇ ਬੱਚਿਆਂ 'ਤੇ ਜਾਂ ਘਰ ਵਾਲੀ 'ਤੇ ਕੱਢ ਦਿੰਦੇ ਹਾਂ। ਇਹ ਚੀਜ਼ਾਂ ਕੀ ਇਹ ਡਿਸਟਾਈਨਡ ਹੁੰਦੀਆਂ ਜਾਂ ਕਿ ਇਨਸਾਨ ਦੇ ਨਾਲ ਉਹਦੇ ਅੰਦਰਲੇ ਭਾਵਾਂ ਦੇ ਨਾਲ ਕਿਤੇ ਜੁੜੀਆਂ ਹੁੰਦੀਆਂ, ਕੰਟਰੋਲ ਕੀਤੀਆਂ ਜਾ ਸਕਦੀਆਂ? ਜੋ ਗੱਲ ਤੁਸੀਂ ਮੈਨੂੰ ਕੀਤੀ ਆ, ਇਹ ਗੱਲ ਭਗਵਾਨ ਨੇ ਅਰਜੁਨ ਨੂੰ ਇਹਦਾ ਜਵਾਬ ਦਿੱਤਾ ਗੀਤਾ 'ਚ। ਕੀ ਬਾਤ ਹੈ। कि पार्थ, यदि मैं कर्म ना करूं तो ये सारी सृष्टि कर्महीन हो जाएगी। ਅਸੀਂ ਜਿਸ ਤਰ੍ਹਾਂ ਕਿਸੇ ਹੀਰੋ ਨੂੰ ਫਿਲਮ 'ਚ ਦੇਖ ਕੇ ਆਉਂਦੇ ਹਾਂ, ਜਿਹੋ ਜਿਹੇ ਕੱਪੜੇ ਉਹ ਪਾਉਂਦਾ ਉਹੋ ਜਿਹੇ ਕੱਪੜੇ ਆਪਾਂ ਪਾਉਂਦੇ ਹਾਂ, ਜਿਹੋ ਜਿਹੀ ਬੋਲੀ, ਜਿਹੋ ਜਿਹੇ ਸਟਾਈਲ ਨਾਲ ਉਹ ਬੋਲਦਾ ਉਹੋ ਜਿਹਾ ਅਸੀਂ ਬੋਲਣ ਦੀ ਟਰਾਈ ਕਰਦੇ ਹਾਂ। ਅਮਿਤਾਭ ਦੀ ਫਿਲਮ ਦੇਖੀਏ ਤਾਂ ਅਸੀਂ ਅਮਿਤਾਭ ਬੱਚਨ ਬਣ ਜਾਂਦੇ ਹਾਂ, ਸਲਮਾਨ ਖਾਨ ਦੀ ਦੇਖੀਏ ਤਾਂ ਅਸੀਂ ਸਲਮਾਨ ਖਾਨ ਬਣਦੇ ਹਾਂ। ਸੋ ਇਹ ਨਾयक है भगवान कि पार्थ, यदि मैं कर्म में अपने आप को लीन ना करूं, यदि मैं कर्म ना करूं तो मेरी सारी सृष्टि जड़ हो जाएगी, क्योंकि इस सृष्टि का नायक मैं हूँ। जे मैं ही नहीं कर्म करूँगा तो इस दुनिया 'ਚ जम्मे हुए कोई जीव कर्म नहीं करनगे। सृष्टि ਦੇ ਵਿੱਚ ਭਗਵਾਨ ਨੇ ਜਿੱਥੇ ਵੀ ਜੀਵ ਬਣਾਇਆ, ਜੇ ਪੱਥਰ 'ਚ ਵੀ ਜੀਵ ਬਣਾਇਆ, ਉਹਦਾ ਰਿਜ਼ਕ ਉੱਥੇ ਰੱਖਿਆ ਭਗਵਾਨ ਨੇ। ਪਰ ਕਰਮ ਉਹਨੂੰ ਕਰਨਾ ਪਏਗਾ। ਸ਼ੇਰ ਹੈ, ਉਹ ਜੇ ਜੰਗਲ ਦਾ ਰਾਜਾ ਹੈ ਨਾ, ਤੇ ਉਹਨੂੰ ਕੋਈ ਸੇਵਕ ਲਿਆ ਕੇ ਉਹਦੇ ਲਈ ਉਹਦਾ ਫੂਡ ਨਹੀਂ ਦਿੰਦੇ, ਉਹਦੇ ਲਈ ਉਸ ਨੂੰ ਮਿਹਨਤ ਕਰਨੀ ਪੈਂਦੀ ਹੀ ਪੈਂਦੀ ਆ। ਜੀ ਸਵਾਲ ਮੇਰਾ ਇਹ ਸੀਗਾ ਕਿ ਜਿਹੜੀ ਮੈਂ ਤੁਹਾਨੂੰ ਉਹੀ ਗੱਲ ਤੇ ਮੈਂ ਲੈ ਕੇ ਜਾ ਰਿਹਾ ਜਾਗਦੇ ਨੇ ਕਿਸੇ ਵੇਲੇ, ਹਾਂਜੀ, ਜਿਹੜੇ ਇਨਸਟਿੰਕਟ ਸਾਡੇ ਅੰਦਰ ਅਚਾਨਕ ਹਾਵੀ ਹੋ ਜਾਂਦੇ ਨੇ, ਮੈਂ ਤੁਹਾਨੂੰ ਉਸੇ ਗੱਲ ਤੇ ਲੈ ਕੇ ਜਾ ਰਿਹਾ। ਤੁਹਾਡੀ ਗੱਲ ਦਾ ਜਵਾਬ ਮੈਂ ਤੇ ਇਨਸਾਨ ਦੇ ਵਿੱਚ 5 ਤਾਂ ਇਹ ਜਿਹੜੇ ਤੱਤਵ ਹੋ ਗਏ ਆਪਦੇ, ਰਾਜਸੀ, ਤਾਮਸੀ ਤੇ ਸਾਤਵਿਕ, ਇਹ ਗੁਣ ਹੈ। ਠੀਕ ਹੈ ਜੀ। सात्विक व्यक्ति जो होएगा वो कहेगा मेरा सब कुछ लुट जाए पर किसी का नुकसान ना होवे, अगले का फायदा हो जाए। जो राजसी बंदा होएगा उसकी सोच ये होंदी है कि मैं कमा रहा तू भी कमा ला मेरे नाल रल के। ठीक है जी, वो एक गिव एंड टेक वाली पॉलिसी से चलने वाली पॉलिसी हो गई, व्यापार हो गया कि इतना मेरा इतना तेरा पोर्शन, तू सैलरी ले लें या तू कमीशन ले लें, कुछ भी। ठीक है जी। तो तीसरी पोर्शन जोड़ा हैगा तामसी पोर्शन है कि किसी को कुछ मिले ना मिले, मैनू सब कुछ मिलना चाहिए। किसी का गाचा ला के भी मैनू मिलता हो, मैं गाचा ला दूंगा, मैनू चाहिए। ये तामसी है, इससे चोर डाकू आ गए सारे, जिन्होंने साम्राज्यवाद कह लेंगे। मैटरलिस्टिक दुनिया जी हैगी आ तामसी राज से आ जाती है। जोड़े राजसी बंदे है वो आप भी खाते, थानू भी खाने का मौका देंगे। सात्विक बंदा कहता यार कोई गल नहीं, मेरे को हैगा, जे तेरा फायदा होंदा तू सारा लै जा मेरे तो, कोई नहीं। बस ये फर्क है सर। आ गया जवाब थोड़ी गल दा। फिर मतलब आपां गुस्सा कढ़ दईए जिथे जाइए, जे गुस्सा देखो, गुस्सा जे किते लड़ के आए ते आपां घर गुस्सा इंसान दे नाल पैदा नहीं हुंदा। काम ते क्रोध भी ਜਿਹੜੀਆਂ ਸਾਡੇ ਉੱਤੇ ਹਾਵੀ ਹੋ ਜਾਂਦੀਆਂ ਇਹ ਚੀਜ਼ਾਂ, ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿਦਾਂ ਹੋਣ ਦਈਏ ਫਿਰ, मतलब ਚੱਲਣ ਦਈਏ ਸਰ। ਨਹੀਂ, ਸਾਡੇ ਬਸ ਕੁਝ ਵੀ ਨਹੀਂ ਹੈ। ਓਕੇ, ਸਾਡੇ ਬਸ ਕੁਝ ਵੀ ਨਹੀਂ। ਅਸੀਂ ਜਿਸ ਪ੍ਰਕਿਰਤੀ ਦੇ ਬੰਦੇ ਆ ਨਾ, ਇਹ ਸਾਥੋਂ ਸਾਰੇ ਕਰਮ ਉਹ ਕਰਾਉਂਦੀ ਹੈ। ਤੁਹਾਡੇ ਹੱਥ ਵਿੱਚ ਕੁਝ ਨਹੀਂ ਹੈ। ਤੁਸੀਂ ਸਿਰਫ मेरी इंटरव्यू ले रहे हो इस वेले। थोड़ा असल रूप, आँखों के पीछे भी दुश्वार हैं आँखें, आँखों के पीछे भी दुश्वार हैं आँखें, चेहरे के पीछे एक और चेहरा हो सकता। मैं थानू मिल रहा, अच्छी अच्छी गल्लां कर रहा, पर मेरा एक ग्रुप साइड भी है, मेरी एक भैड़ी शक्ल भी है। ये हरेक बंदे दे नाल है। हरेक बंदा अपनी अच्छी चीज़ दिखांदा, अच्छी चीज़ नूं एग्जीबिट करता। कोई ये थोड़ी दसदा कि मेरे नाल ये प्रॉब्लम भी है, मेरा ये रूप भी है। सो हरेक बंदा ये इस गल का
ਇਸ ਦੇ ਬਾਰੇ ਕਨਫਿਊਜ਼ ਹੋਣ ਦਾ ਕੋਈ ਮੈਟਰ ਹੀ ਨਹੀਂ ਹੈ। ਜੀ ਸੋ ਰਵਿੰਦਰ ਜੀ, ਅੱਜ ਦੀ ਇਸ ਮੁਲਾਕਾਤ ਦੇ ਵਿੱਚ ਤੁਸੀਂ ਜਿਹੜਾ ਪੱਖ ਤੁਸੀਂ ਸਾਨੂੰ ਦਿਖਾਇਆ ਔਰ ਜਿਹਨੂੰ ਅਸੀਂ ਦੇਖ ਕੇ ਇੰਨੇ ਪ੍ਰਭਾਵਿਤ ਹੋਏ ਹਾਂ, ਮੈਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਨੂੰ ਵੀ ਚੰਗਾ ਲੱਗਿਆ ਹੋਵੇਗਾ। ਔਰ ਜੇ ਦਰਸ਼ਕੋ ਤੁਹਾਨੂੰ ਚੰਗਾ ਲੱਗਾ ਤਾਂ ਸਾਡੇ ਇਸ ਛੋਟੀ ਜਿਹੀ ਮੁਲਾਕਾਤ ਨੂੰ, ਕਿਉਂਕਿ ਇਹ ਮੁਲਾਕਾਤਾਂ ਦਾ ਸਿਲਸਿਲਾ ਲਗਾਤਾਰ ਇੱਦਾਂ ਹੀ ਜਾਰੀ ਰਹਿਣਾ ਹੈ, ਇਸ ਮੁਲਾਕਾਤ ਨੂੰ ਵੀ ਤੁਸੀਂ ਇੱਦਾਂ ਹੀ ਪਿਆਰ ਦਿਓ ਜਿੱਦਾਂ ਪਹਿਲੇ ਦਿੰਦੇ ਰਹੇ ਹੋ। ਕਮੈਂਟ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਲਾਈਕ ਕਰ ਸਕਦੇ ਹੋ, ਔਰ ਨਾਲ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਕੋਈ ਪ੍ਰਸ਼ਨ ਜਾਂ ਕੋਈ ਸਵਾਲ ਜਿਹੜਾ ਹੈ ਤੁਸੀਂ ਚਾਹੁੰਦੇ ਹੋ ਕਿ ਇੱਕ ਵਾਰੀ ਫਿਰ ਅਸੀਂ ਰਵਿੰਦਰ ਜੀ ਨੂੰ ਇਵੇਂ ਲੈ ਕੇ ਆਈਏ, ਤਾਂ ਜ਼ਰੂਰ ਸਾਨੂੰ ਭੇਜ ਸਕਦੇ ਹੋ ਤੁਸੀਂ। ਰਵਿੰਦਰ ਜੀ, ਅੱਜ ਸਾਡੇ ਸਟੂਡੀਓ 'ਚ ਆਏ ਤੁਸੀਂ, ਤੁਹਾਡਾ ਮੈਂ ਬਹੁਤ ਤੁਹਾਡੇ ਕਨਕਲੂਡਿੰਗ ਤੋਂ ਪਹਿਲਾਂ ਇੱਕ ਗੱਲ ਕਹਿਣੀ ਚਾਹੂੰਗਾ। ਜ਼ਰੂਰ ਜ਼ਰੂਰ। ਇਹ ਜਿਤਨੀ ਵੀ ਆਪਣੀ ਵਾਰਤਾ ਹੋਈ ਹੈ, ਜੋ ਵੀ ਆਪਣੀ ਨੈਗੋਸੀਏਸ਼ਨ ਹੋਈ ਹੈ, ਇਹ ਆਪਣਾ ਇੱਕ ਇੰਟਰੋਡਕਸ਼ਨ ਦਾ ਪਾਰਟ ਹੋਇਆ। ਹਾਂ ਆਪਣੀ ਗੱਲ ਦੀ ਜੋ ਆਪਾਂ ਜੇ ਕਦੇ ਭਗਵਾਨ ਨੇ ਮੌਕਾ ਬਿਲਕੁਲ, ਦਿੱਤਾ ਬਣੇਗਾ। ਜੇ ਆਪਾਂ ਮੁਸਤਕਬਲ 'ਚ ਬੈਠੇ ਕਦੇ ਵੀ, ਜ਼ਰੂਰ ਜੇ ਆਪਾਂ ਫਿਊਚਰ 'ਚ ਕਦੇ ਸਿਟਿੰਗ ਹੋਈ ਤੇ ਉਸ ਦਾ ਇੱਕ ਬੇਸ ਹੈ ਇਹ। ਹਾਂ, ਨਹੀਂ ਅਸੀਂ ਕਰਾਂਗੇ। ਸੇ ਦੂਸਰੀ ਗੱਲ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਇਹ ਹੈ, ਹਰੇਕ ਆਪਣੇ ਬ੍ਰਦਰ ਸਿਸਟਰਸ ਨੂੰ ਮੇਰੀ ਇੱਕ ਬੇਨਤੀ ਹੈ ਕਿ ਕਦੇ ਕਨਫਿਊਜ਼ ਨਾ ਹੋਵੋ, ਆਪਣੇ ਉੱਪਰ ਭਰੋਸਾ ਰੱਖੋ। ਇਹੋ ਜਿਹੀ ਕੋਈ ਸਥਿਤੀ ਨਹੀਂ ਹੈ, ਇਹੋ ਜਿਹੀ ਲਾਈਫ ਦਾ ਕੋਈ ਪਾਰਟ ਨਹੀਂ ਹੈ ਜਿਸ ਦੇ ਵਿੱਚੋਂ ਤੁਸੀਂ ਨਹੀਂ ਨਿਕਲੋਗੇ। ਜੇ ਚੰਗੇ ਨਹੀਂ ਰਹੇ ਤੇ ਮਾੜੇ ਵੀ ਨਹੀਂ ਰਹਿਣਗੇ, ਜੇ ਮਾੜੇ ਨਹੀਂ ਰਹੇ ਤੇ ਚੰਗੇ ਵੀ ਨਹੀਂ ਰਹਿਣਗੇ। ਬਹੁਤ ਸ਼ੁਕਰੀਆ। ਕਿਉਂਕਿ ਇਸ ਜ਼ਿੰਦਗੀ ਦਾ ਨਾਮ ਹੀ ਚੇਂਜ ਹੈ। ਜੀ ਜੀ। ਮੈਂ ਭਗਵਾਨ ਹਰ ਸਮੇਂ ਹਰ ਵੇਲੇ ਦਿਨੇ ਦਿਨੇ ਨਵਮ ਹਰ ਦਿਨ ਹਰ ਵੇਲੇ ਭਗਵਾਨ ਨਵੇਂ ਹੈ, ਪਰ ਭਗਵਾਨ ਪੁਰਾਣਾ ਹੀ ਆ। ਉਸ ਦਾ ਸ਼ਿੰਗਾਰ, ਉਸ ਦਾ ਮੇਕਅਪ, ਤੁਸੀਂ ਦਰਬਾਰ ਸਾਹਿਬ ਚਲੇ ਜਾਓ, ਤੁਸੀਂ ਕਿਸੇ ਮੰਦਿਰ 'ਚ ਚਲੇ ਜਾਓ, ਅੱਜ ਤੁਹਾਨੂੰ ਲਾਲ ਰੰਗ ਦਾ ਉੱਥੇ ਸਾਰਾ ਦੀਦਾਰ ਹੋਏਗਾ, ਕੱਲ੍ਹ ਨੂੰ ਉੱਥੇ ਨੀਲੇ ਰੰਗ ਦਾ ਦੀਦਾਰ ਹੋ ਰਿਹਾ। ਇਹ ਕੀ ਹੈ? ਉਹਨਾਂ ਕੱਪੜਿਆਂ ਦੇ ਵਿੱਚ ਕੁਝ ਵੀ ਬਦਲਣ ਦਾ ਕੋਈ ਅੰਤਰ ਨਹੀਂ ਹੈ, ਉਹਨਾਂ ਨੂੰ ਨਾ ਬਦਲੋ ਤਾਂ ਕੋਈ ਫਰਕ ਨਹੀਂ ਪਏਗਾ। ਬਟ ਭਗਵਾਨ ਨੇ ਸ੍ਰਿਸ਼ਟੀ ਦਾ ਨਿਯਮ ਹੀ ਪਰਿਵਰਤਨ ਹੈ, ਹਰ ਚੀਜ਼ ਪਰਿਵਰਤਨਸ਼ੀਲ ਹੈ। ਸੋ ਕਦੇ ਵੀ ਡੋਗਮੈਟਿਕ ਸੋਚ ਨਾ ਰੱਖੋ, ਆਪਣੀ ਖੁੱਲ੍ਹੇ ਵਿਚਾਰ ਰੱਖੋ। ਭਗਵਾਨ ਤੁਹਾਨੂੰ ਕਦੇ ਵੀ ਬੰਨ੍ਹ ਕੇ ਨਹੀਂ ਰੱਖਣਗੇ, ਧਰਮ ਤੁਹਾਨੂੰ ਕਦੇ ਬੰਨ੍ਹਦਾ ਨਹੀਂ ਹੈ। ਧਰਮ ਖੋਲ੍ਹਣ ਦਾ ਨਾਮ ਹੈ। ਜਿਸ ਚੀਜ਼ ਨੂੰ ਤੁਸੀਂ ਧਾਰਨ ਕਰ ਸਕਦੇ ਹੋ ਉਹਨੂੰ ਧਰਮ ਕਿਹਾ ਗਿਆ। ਇਹ ਕਮੀਜ਼ ਜੇ ਮੈਨੂੰ ਸੂਟ ਨਹੀਂ ਕਰ ਰਹੀ ਮੈਂ ਇਹਨੂੰ ਲਾ ਲੂੰਗਾ, ਜੇ ਮੈਨੂੰ ਚੁੱਭਦੀ ਹੋਏਗੀ ਮੈਂ ਇਹਨੂੰ ਕਦੇ ਪਾਊਂਗਾ ਨਹੀਂ। ਉਹ ਧਰਮ ਹੈ। ਧਰਮ ਬੰਦੇ ਨੂੰ ਮਰਨ ਤੋਂ ਬਾਅਦ ਵੀ ਨਹੀਂ ਛੱਡਦਾ। ਸਾਡੀ ਡੈਥ ਹੋ ਗਈ, ਆਪਾਂ ਖਤਮ ਹੋ ਗਏ ਦੁਨੀਆ 'ਚ। ਸਾਨੂੰ ਕੋਈ ਕਿਤੇ ਵੀ ਪਿਆ ਰਹਿਣ ਦੇਵੇ, ਫੂਕ ਦੇਵੇ, ਦਬਾ ਦੇਵੇ, ਕੁਛ ਕਰੇ ਨਾ ਕਰੇ, ਸਾਡੇ ਹੱਥ ਵਿੱਚ ਕੁਛ ਨਹੀਂ ਹੈ। ਪਰ ਡੈਥ ਤੋਂ ਬਾਅਦ ਵੀ ਬਾਡੀ ਦਾ ਡਿਸਪੋਜ਼ ਆਫ ਹੁੰਦਾ। ਜੋ ਪਰਿਵਾਰ 'ਚ ਰਹਿ ਰਿਹਾ ਉਹਦਾ ਤਾਂ ਹੋਏਗਾ ਹੀ ਹੋਏਗਾ, ਜੋ ਸੜਕ 'ਤੇ ਮਰਦਾ ਉਹਦਾ ਵੀ ਹੁੰਦਾ। ਪਰ ਇਹ ਕਰਾਉਂਦਾ ਕੌਣ ਹੈ? ਮੈਂ ਤੁਹਾਨੂੰ ਕੁਐਸਚਨ ਪੁੱਟ ਕਰਦਾ, ਇਹ ਕਰਮ ਕੌਣ ਕਰਵਾਉਂਦਾ? ਇਸ ਕਰਮ ਨੂੰ ਕਰਾਉਣ ਵਾਲਾ ਧਰਮ ਹੁੰਦਾ। ਅੱਛਾ। ਵਿਅਕਤੀ ਦੇ ਮਰਨ ਤੋਂ ਬਾਅਦ ਵੀ ਧਰਮ ਉਹਨੂੰ ਛੱਡਦਾ ਨਹੀਂ ਹੈ। ਇਸ ਲਈ ਯਤ ਪਿੰਡੇ ਤਤ ਬ੍ਰਹਮਾਂਡੇ, ਰਿਸ਼ੀ ਮੁਨੀਆਂ ਦਾ ਆਪਾਂ ਦੇਣਾ ਹੀ ਨਹੀਂ ਦੇ ਸਕਦੇ। ਜੋ ਚੀਜ਼ ਪਿੰਡ ਦੇ ਵਿੱਚ ਆ ਗਈ ਉਸਨੇ ਬ੍ਰਹਮਾਂਡ ਨੂੰ ਵੀ ਪਿੰਡ ਕਿਹਾ ਗਿਆ। ਜੋ ਚੀਜ਼ ਪਿੰਡ ਦੇ ਰੂਪ ਦੇ ਵਿੱਚ ਆ ਗਈ ਉਸਨੇ ਹਰੇਕ ਚੀਜ਼ ਨੂੰ ਇਫੈਕਟ ਕਰਨਾ ਸ਼ੁਰੂ ਕਰ ਦੇਣਾ, ਅਤੇ ਜਿਹੜੀ ਚੀਜ਼ ਪਿੰਡ ਤੋਂ ਬਾਹਰ ਹੋ ਗਈ ਉਹਨੇ ਫਿਰ ਮੁੜ ਕੇ ਪਿੰਡ 'ਚ ਆ ਜਾਣਾ। ਆਪਾਂ ਪਿੰਡ ਤੋਂ ਪੈਦਾ ਹੁੰਦੇ ਹਾਂ ਅਤੇ ਪਿੰਡ ਦੇ ਵਿੱਚ ਹੀ ਵਿਲੀਨ ਹੋ ਜਾਂਦੇ ਹਾਂ, ਮਰਦੇ ਹਾਂ ਅਤੇ ਨਾਲ ਦੀ ਨਾਲ ਹੀ ਪਿੰਡ ਬਣਦੇ ਆ। ਜਨਮ ਹੁੰਦਾ, ਮਾਂ ਦੇ ਗਰਭ ਦੇ ਵਿੱਚ ਇੱਕ ਬੂੰਦ ਤੋਂ ਗੱਠ ਬਣਦੀ ਆ, ਉਸ ਤੋਂ ਪਿੰਡ ਦਾ ਨਿਰਮਾਣ ਹੁੰਦਾ, ਪਿੰਡ ਤੋਂ ਫਿਰ ਬਾਡੀ ਪੂਰੀ ਬਣਦੀ ਆ। ਸੋ ਪਿੰਡ ਤੋਂ ਕੋਈ ਛੁੱਟ ਨਹੀਂ ਸਕਦਾ। ਕਹਿੰਦੇ ਯਾਰ ਮੇਰਾ ਪਿੰਡ ਛੁੱਟਾ ਇਸ ਤੋਂ, ਇਹ ਪਿੰਡ ਕਦੇ ਛੁੱਟ ਨਹੀਂ ਸਕਦਾ ਕਿਸੇ ਦਾ। ਸੋ ਧਰਮ ਉਹ ਚੀਜ਼ ਹੈ ਜੋ ਕਿ ਤੁਹਾਨੂੰ ਇਹਨਾਂ ਸਾਰੀਆਂ ਗੱਲਾਂ ਤੋਂ ਜਾਣੂ ਕਰਾਉਂਦਾ। ਆਪਣੇ ਉੱਤੇ ਭਰੋਸਾ ਰੱਖੋ, ਭਗਵਾਨ 'ਤੇ ਭਰੋਸਾ ਰੱਖੋ। ਕੋਈ ਵੀ ਚੀਜ਼ ਸਾਨੂੰ ਕੋਈ ਨਹੀਂ ਪਾਲ ਰਿਹਾ, ਸਾਨੂੰ ਸਿਰਫ
ਭਗਵਾਨ ਪਾਲ ਰਿਹਾ। ਭਗਵਾਨ ਤੇ ਅਟੁੱਟ ਵਿਸ਼ਵਾਸ ਰੱਖੋ। ਕੁਛ ਨਹੀਂ ਵਿਖਰਿਆ, ਕੁਛ ਨਹੀਂ ਡੁੱਲਿਆ, ਸਭ ਕੁਛ ਮੁੜ ਕੇ ਮਿਲੇਗਾ। ਸਭ ਕੁਛ ਮੁੜ ਕੇ ਮਿਲੇਗਾ। ਇਹੀ ਕਾਮਨਾ, ਇਹੀ ਸ਼ੁਭ ਕਾਮਨਾਵਾਂ ਭਗਵਾਨ ਸਾਰਿਆਂ ਦਾ ਸੁਖ ਕਰੇ। ਸਰਵੇ ਭਵੰਤु ਸੁਖਿਨः, ਸਰਵੇ ਸੰਤु ਨਿਰਾਮया, ਸਰਵੇ ਭद्राणि पश्यन्तु, ਮਾਂ ਕਸ਼ਚਿਤ ਦੁੱਖ ਭਾਗ ਭਵੇਤ। ਜਿਹਨੂੰ ਕਿ ਬਾਣੀ ਦੇ ਵਿੱਚ ਇਹੀ ਕਿਹਾ, ਤੇਰੇ ਭਾਣੇ ਸਰਬਤ ਦਾ ਭਲਾ। ਇਸ ਸ਼ਲੋਕ ਦੇ ਵਿੱਚ ਵੀ ਰਿਸ਼ੀ ਨੇ ਇਹੀ ਕੁਝ ਕਿਹਾ। ओम द्यौ शांतिरंतरिक्षगम शांति पृथ्वी शांतिरापः शांतिरौषधया शांतिर्वनस्पतयः शांतिर्विश्वदेव शांति ब्रह्म शांति सर्वगम शांति शांतिरेव शांति श्याम शुभ शांतिर्भवतु। ओम शांति शांति शांति। ऋषि ने 13 जगह से शांति मंगी है। पृथ्वी पर शांति, जल में शांति, औषधियों में शांति, वनस्पति में शांति। जिस कंट्री ਨੂੰ, जिस ਆਪਣੇ ਬੈਕਗਰਾਊਂਡ ਨੂੰ ਅਸੀਂ ਡੀਲ ਜਿਸ ਤੋਂ ਅਸੀਂ ਬੰਨੇ ਹੋਏ ਹਾਂ, ਜਦੋਂ ਉਸ ਦੇ ਵਿੱਚ ਇਤਨੀ ਸ਼ਾਂਤੀ ਦੀ ਮਹਿਮਾ ਹੈ ਤੇ ਅਸੀਂ ਕਿਸੇ ਦਾ ਨੁਕਸਾਨ ਕਰਨ ਵਾਲੇ ਹੋ ਹੀ ਨਹੀਂ ਸਕਦੇ। ਇਸ ਕਰਕੇ ਹੀ ਭਾਰਤ जगत गुरु सी जगत गुरु है। कृष्णे वंदे जगत गुरुम, भगवान कृष्ण को जगत गुरु की संज्ञा इसीलिए नहीं दी गई है। चंद्रमा की 16 कलाएँ हैं, भगवान कृष्ण 16 कला संपूर्ण है। दशमेश पिता ने उन्होंने जो महिमा लिखी है कुछ छिपी हुई नहीं है। तहाँ बहुकाल साधना साधी, सप्त श्रृंग शोभत है जहाँ, हेमकुंड तीरथ है तहाँ। तहाँ बहुकाल साधना साधी, महाकाल काल का राधी। ये दशम गुरु ग्रंथ गोबिंद सिंह जी महाराज दे ਮੂੰਹ ਤੋਂ ਨਿਕਲੀ, ਉਹਨਾਂ ਦੀ ਕਲਮ ਤੋਂ ਲਿਖੀ ਹੋਈ ਗੱਲ ਹੈ ਕਿ ਜਿੱਥੇ ਸਪਤ ਸ਼੍ਰਿੰਖਲਾਵਾਂ ਪਰਵਤਾਂ ਦੀਆਂ, ਜਿੱਥੇ ਹੇਮਕੁੰਡ ਤੀਰਥ ਹੈ, ਮੈਂ ਉੱਥੇ ਰਿਹਾ। ਉੱਥੇ ਰਹਿ ਕੇ ਮਹਾਕਾਲ ਦੀ ਤੇ ਮਹਾਕਾਲਕਾ ਦੀ ਆਰਾਧਨਾ ਕੀਤੀ, ਕਿਉਂਕਿ ਉਹ ਵੈਰੀਅਰ ਰੂਪ 'ਚ ਹੈ, ਇੱਕ ਫੌਜੀ ਰੂਪ 'ਚ ਰਹੇ ਆ। ਉਹਨਾਂ ਨੇ ਪੂਰੀ ਜ਼ਿੰਦਗੀ ਭਗਵਾਨ ਸ਼ਿਵ ਨੂੰ ਤੇ ਸ਼ਕਤੀ ਨੂੰ ਤੇ ਸ਼ਿਵ ਨੂੰ ਆਰਾਧਿਆ। ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਮੈਨੂੰ ਸੁਣਿਆ ਇਤਨੇ ਪਿਆਰ ਨਾਲ, ਤੁਹਾਡਾ ਬਹੁਤ ਬਹੁਤ ਧੰਨਵਾਦ। बहुत शुक्रिया।